गुरु जी ਦੀ ਸਾਰੀ ਸੰਗਤ ਨੂੰ ਪਿਆਰ ਭਰੀ ਨਮਸਕਾਰ। ਬਹੁਤ ਵਡਭਾਗੀਆਂ ਅੱਜ ਗੁਰੂ ਜੀ ਦੀ ਮਹਿਮਾ ਦੇ ਵਿੱਚ ਸਤਸੰਗ ਕਰ ਰਹੇ ਹਾਂ ਔਰ ਖਾਸ ਕਰਕੇ ਗੁਰੂ ਜੀ ਦੇ ਬਰਥਡੇ ਵੀਕ ਦੇ ਵਿੱਚ। ਅੱਜ ਤੋਂ ਪਹਿਲਾਂ ਬਹੁਤ ਥੋੜੇ ਸਤਸੰਗ ਡਾਕੂਮੈਂਟ ਹੁੰਦੇ ਸੀ, ਸੀਨਾ ਬਸੀਨਾ ਚੱਲਦੇ ਸੀ ਜ਼ਿਆਦਾ ਸਤਸੰਗ, ਇੱਕ ਦੂਸਰੇ ਨੂੰ ਅਸੀਂ ਸੁਣਾਉਂਦੇ ਸੀ। ਵੱਡੇ ਮੰਦਰ ਨੇ ਮੁਹਿੰਮ ਚਲਾਈ ਹੈ, ਉਪਰਾਲਾ ਕੀਤਾ, ਬਹੁਤ ਸ਼ੁਕਰਗੁਜ਼ਾਰ ਹਾਂ ਗੁਰੂ ਜੀ ਦੇ। ਗੁਰੂ ਜੀ ਨੂੰ ਤੁਸੀਂ ਕਦੋਂ ਮਿਲੇ ਇਹ ਕਹਿਣਾ ਬੜਾ ਮੁਸ਼ਕਿਲ ਹੈ, ਕਿਉਂਕਿ ਜੇ ਅਸੀਂ ਗੌਰ ਕਰੀਏ ਤੇ ਗੁਰੂ ਜੀ ਨੇ ਵਾਰੀ ਹਰ ਸਤਸੰਗ ਦੇ ਵਿੱਚ ਸੰਗਤ ਦੇ ਥਰੂ ਸਾਨੂੰ ਇਹੀ ਸਮਝਾਇਆ ਕਿ ਤੁਹਾਡਾ ਮੇਰੇ ਨਾਲ ਪਤਾ ਨਹੀਂ ਕਦੋਂ ਦਾ ਕਨੈਕਸ਼ਨ। ਸਾਇੰਸ ਅੱਜ ਦੀ ਡੇਟ ਦੇ ਵਿੱਚ ਇੰਨੀ ਤਰੱਕੀ ਕਰ ਚੁੱਕੀ ਹੈ ਕਿ ਜਿੰਨੇ ਨਿਊ ਏਜ ਐਕਸਪੈਰੀਮੈਂਟਸ ਹੋ ਰਹੇ ਆ ਉਹਦੇ ਵਿੱਚ ਉਹ ਕਹਿੰਦੇ ਆ ਕਿ ਕੋਈ ਪਾਸਟ ਪ੍ਰੈਜ਼ੈਂਟ ਫਿਊਚਰ ਕੁਝ ਹੈ ਹੀ ਨਹੀਂ ਹੈ। ਟਾਈਮ ਪੈਰਲਲ ਰਿਐਲਿਟੀ ਦੇ ਵਿੱਚ ਐਗਜ਼ਿਸਟ ਕਰਦਾ। ਤੁਸੀਂ ਆਪਣੀ ਕੌਨਸ਼ੀਅਸਨੈਸ ਰੇਜ਼ ਕਰ ਲਓ ਤੇ ਤੁਸੀਂ ਉੱਥੇ ਅੱਜ ਪਹੁੰਚ ਜਾਓ, ਤੇ ਜੇ ਤੁਸੀਂ ਨਹੀਂ ਰੇਜ਼ ਕਰੋਗੇ ਤੇ ਤੁਸੀਂ ਜਿੱਥੇ ਪਾਸਟ ਵਿੱਚ ਬੈਠੇ ਰਹੋ। ਸੋ ਜਦੋਂ ਮੇਰਾ ਮੰਨਣਾ ਇਹ ਹੈ ਕਿ ਜਦੋਂ ਅਸੀਂ ਗੁਰੂ ਜੀ ਨੂੰ ਮਿਲਦੇ ਹਾਂ ਉਸ ਟਾਈਮ ਤੇ ਅਸੀਂ ਆਪਣੀ ਸਿਰਫ ਕੌਨਸ਼ੀਅਸਨੈਸ ਨੂੰ ਇਸ ਲੈਵਲ ਤੇ ਲੈ ਕੇ ਆਉਂਦੇ ਹਾਂ ਕਿ ਗੁਰੂ ਜੀ ਨੂੰ ਅਸੀਂ ਫਿਜ਼ੀਕਲ ਫਾਰਮ ਦੇ ਵਿੱਚ ਮਿਲ ਸਕੀਏ। ਉਸ ਤੋਂ ਪਹਿਲਾਂ ਸਾਡੀ ਕੌਨਸ਼ੀਅਸਨੈਸ, ਸਾਡੀ ਵਾਈਬ੍ਰੇਸ਼ਨ ਉੱਥੇ ਨਹੀਂ ਹੁੰਦੀ, ਇਸ ਕਰਕੇ ਸਾਡਾ ਗੁਰੂ ਜੀ ਨਾਲ ਰਾਬਤਾ ਨਹੀਂ ਹੁੰਦਾ। ਪਰ ਜਿਵੇਂ ਹੀ ਸਾਡੀ ਵਾਈਬ੍ਰੇਸ਼ਨ ਪਿਉਰਿਟੀ ਵਿੱਚ ਆਉਂਦੀ ਹੈ, ਰੇਜ਼ ਹੁੰਦੀ ਹੈ, ਅਸੀਂ ਕੌਨਸ਼ੀਅਸਲੀ ਗੁਰੂ ਜੀ ਨੂੰ ਮਿਲਦੇ ਹਾਂ, ਫਿਜ਼ੀਕਲ ਫਾਰਮ 'ਚ ਮਿਲਦੇ ਹਾਂ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਸਾਡਾ ਰਾਬਤਾ ਉਹਨਾਂ ਦੇ ਨਾਲ ਪਹਿਲਾਂ ਨਹੀਂ ਸੀ, ਉਹ ਸੀ ਪਰ ਉਹ ਕਨੈਕਸ਼ਨ ਹੋਰ ਸੀ, ਉਹ ਵਾਈਬ੍ਰੇਸ਼ਨ ਹੋਰ ਸੀ। ਮੈਂ ਗੁਰੂ ਜੀ ਦੇ ਬਾਰੇ ਜਦੋਂ ਪਹਿਲੀ ਵਾਰੀ ਸੁਣਿਆ ਸੀ, ਆਪਣੇ ਹਸਬੈਂਡ ਤੋਂ ਸੁਣਿਆ ਸੀ। ਮੇਰੇ ਹਸਬੈਂਡ ਦੇ ਇੱਕ ਦੋਸਤ ਹੈ, ਉਹ ਗੁਰੂ ਜੀ ਦੇ ਬਹੁਤ ਪੁਰਾਣੇ ਭਗਤ ਹੈ। ਮੇਰੇ ਹਸਬੈਂਡ ਨੂੰ ਐਸਥਮਾ ਸੀਗਾ, ਇਹ ਜਲੰਧਰ 'ਚ ਰਹਿੰਦੇ ਹੁੰਦੇ ਸੀ। ਗੁਰੂ ਜੀ ਉਸ ਟਾਈਮ ਤੇ ਜਲੰਧਰ ਵਿੱਚ ਸੀ ਔਰ ਉਹ ਇਹਨਾਂ ਦੇ ਦੋਸਤ ਇਹਨਾਂ ਨੂੰ ਲੈ ਕੇ ਗਏ। ਗੁਰੂ ਜੀ ਜਿੱਦਾਂ ਕਿ ਸਾਰੀ ਸੰਗਤ ਜਾਣਦੀ ਹੈ ਕਿ ਪੱਤੇ ਲਗਾ ਕੇ ਇਲਾਜ ਕਰਦੇ ਹੁੰਦੇ ਸੀ। ਗੁਰੂ ਜੀ ਨੇ ਇਹਨਾਂ ਦੀ ਛਾਤੀ ਤੇ ਪੱਤੇ ਲਗਾਏ, ਐਸਥਮਾ ਇਹਨਾਂ ਦਾ ਖਤਮ ਹੋ ਗਿਆ। ਉਸ ਤੋਂ ਪਹਿਲਾਂ ਇਹਨਾਂ ਨੂੰ ਇੰਨਾ ਐਸਥਮਾ ਹੁੰਦਾ ਸੀ ਕਿ ਇਹ ਇੱਕ ਕਾਫ ਸਿਰਪ ਦੀ ਬੋਤਲ ਡੀਕ ਲਾ ਕੇ ਪੀ ਜਾਂਦੇ ਸੀ ਔਰ ਉਹ ਬਾਊਟ ਖਤਮ ਹੀ ਨਹੀਂ ਸੀ ਹੁੰਦਾ। ਸੋ ਜਦੋਂ ਮੈਂ ਫਸਟ ਟਾਈਮ ਆਪਣੇ ਹਸਬੈਂਡ ਤੋਂ ਗੁਰੂ ਜੀ ਬਾਰੇ ਸੁਣਿਆ, ਮੈਨੂੰ ਸਿਰਫ ਇੰਨਾ ਪਤਾ ਸੀ ਕਿ ਗੁਰੂ ਜੀ ਇੱਕ ਇੱਛਾ ਪੂਰਤੀ ਦਾ ਸਾਧਨ ਹੈ। ਜੇ ਬਿਮਾਰ ਬੰਦਾ ਜਾਏਗਾ ਤਾਂ ਉਹ ਠੀਕ ਹੋ ਜਾਏਗਾ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਜਾਏਗਾ ਤੇ ਗੁਰੂ ਜੀ ਉਹਨੂੰ ਬਲੈਸ ਕਰ ਦੇਣਗੇ ਤੇ ਉਹ ਠੀਕ ਹੋ ਜਾਏਗਾ, ਇਹ ਉਹਨਾਂ ਦੀ ਪ੍ਰੋਬਲਮ ਠੀਕ ਹੋ ਜਾਏਗੀ। ਮੈਨੂੰ ਨਹੀਂ ਸੀ ਪਤਾ ਕਿ ਗੁਰੂ ਜੀ ਪ੍ਰੀਤ ਦੀ ਰੀਤ ਵੀ ਹੈ, ਮੈਨੂੰ ਨਹੀਂ ਪਤਾ ਸੀ ਕਿ ਗੁਰੂ ਜੀ ਰੂਹਾਨੀ ਤਸਕੀਨ ਦਾ ਬਾਇਸ ਵੀ ਹੈ। ਮੈਂ ਸ਼ੁਰੂ ਤੋਂ ਹੀ ਇਹੋ ਜਿਹੀ ਫੈਮਿਲੀ ਤੋਂ ਸੀ, ਮੇਰਾ ਜਨਮ ਇਹੋ ਜਿਹੀ ਫੈਮਿਲੀ ਦੇ ਵਿੱਚ ਹੋਇਆ ਜਿੱਥੇ ਸਾਦਾ ਸੰਤਾਂ ਦਾ ਆਣਾ ਜਾਣਾ ਲੱਗਿਆ ਹੀ ਰਹਿੰਦਾ ਸੀ ਔਰ ਰੂਹਾਨੀ ਤਸਕੀਨ ਵਾਲੇ ਪਾਸੇ ਮੇਰਾ ਬਹੁਤ ਜ਼ਿਆਦਾ ਝੁਕਾਅ ਸੀ। ਮੇਰੇ ਹਸਬੈਂਡ ਨੇ ਮੈਨੂੰ ਕਹਿਣਾ, ਜਦੋਂ ਵੀ ਗੁਰੂ ਜੀ ਕੋਲ ਜਾਣਾ ਉਹਨਾਂ ਨੇ ਕਹਿਣਾ ਕਿ ਗੁਰੂ ਜੀ ਬੁਲਾ ਰਹੇ ਸੀ ਔਰ ਮੈਂ ਹਮੇਸ਼ਾ ਇਹੀ ਕਹਿਣਾ ਕਿ ਮੈਂ ਕਿਸੇ ਇਨਸਾਨ ਅੱਗੇ ਮੱਥਾ ਨਹੀਂ ਟੇਕੂੰਗੀ। ਕਰਦੇ ਕਰਦੇ ਬਹੁਤ ਸਾਲ ਨਿਕਲ ਗਏ। ਫਿਰ ਇੱਕ ਟਾਈਮ ਇਹੋ ਜਿਹਾ ਆਇਆ ਕਿ ਗੁਰੂ ਜੀ ਆਲਮੋਸਟ ਇੱਕ ਸਟਰੀਟ ਅਵੇ ਸਾਡੇ ਤੋਂ ਰਹਿਣ ਲੱਗ ਗਏ ਚੰਡੀਗੜ੍ਹ ਦੇ ਵਿੱਚ। ਮੇਰੇ ਹਸਬੈਂਡ ਨੇ ਆਲਮੋਸਟ ਹਫ਼ਤੇ ਦੇ ਵਿੱਚ 1, 2, 3 ਵਾਰੀ ਜਿੰਨਾ ਵੀ ਉਹਨਾਂ ਤੋਂ ਜਾਇਆ ਜਾ ਸਕਦਾ ਸੀ ਉਹ ਜਾਂਦੇ ਸੀ ਔਰ ਹਰ ਵਾਰੀ ਗੁਰੂ ਜੀ ਨੇ ਮੇਰੇ ਬਾਰੇ ਪੁੱਛਣਾ, ਉਹਨਾਂ ਨੇ ਮੈਨੂੰ ਹਰ ਵਾਰੀ ਕਹਿਣਾ ਔਰ ਮੈਨੂੰ ਕਹਿਣਾ ਮੈਨੂੰ ਸ਼ਰਮ ਆਉਂਦੀ ਹੈ, ਮੈਂ ਉੱਥੇ ਜਾ ਕੇ ਕੀ ਕਵਾਂਗਾ ਔਰ ਮੈਂ ਹਰ ਵਾਰੀ ਇਹੀ ਕਹਿਣਾ ਮੈਂ ਕਿਸੇ ਇਨਸਾਨ ਨੂੰ ਮੱਥਾ ਨਹੀਂ ਟੇਕੂੰਗੀ। ਏਦਾਂ ਹੀ ਟਾਈਮ ਨਿਕਲਦਾ ਗਿਆ। ਐਕਚੁਅਲੀ ਗੱਲ ਤਾਂ ਸਿਰਫ ਇੰਨੀ ਸੀ ਕਿ ਮੈਂ ਇੱਕ ਗੁਰੂ ਨੂੰ ਆਪਣੀ ਲਾਈਫ ਵਿੱਚ ਐਕਸੈਪਟ ਕਰਨ ਦੇ ਜਿਹੜੀ ਵਾਈਬ੍ਰੇਸ਼ਨਲ ਫ੍ਰੀਕੁਐਂਸੀ ਸੀ ਉਹਦੇ ਵਿੱਚ ਨਹੀਂ ਸੀ। ਇੰਨੀ ਦੇਰ ਨੂੰ ਜਿੰਨੀ ਦੇਰ ਮੈਂ ਗੁਰੂ ਜੀ ਨੂੰ ਨਹੀਂ ਮਿਲੀ, ਕੁਛ ਹਾਲਾਤ ਇਹੋ ਜਿਹੇ ਬਣਦੇ ਰਹੇ, ਕੁਛ ਇਹੋ ਜਿਹੇ ਲੋਕ ਮਿਲੇ, ਕੁਛ ਇਹੋ ਜਿਹੀਆਂ ਚੀਜ਼ਾਂ ਹੋਈਆਂ। ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਆਟੋਬਾਇਓਗ੍ਰਾਫੀ ਆਫ ਯੋਗੀ ਮੇਰੇ ਹੱਥ ਆ ਗਈ ਔਰ ਮੈਂ ਉਹ ਪੜ੍ਹੀ। 1 ਵਾਰੀ ਪੜ੍ਹੀ, 2 ਵਾਰੀ ਪੜ੍ਹੀ, 3 ਵਾਰੀ ਪੜ੍ਹੀ। ਮੈਂ ਜਿੰਨਾ ਪੜ੍ਹੀ ਜਾਂਦੀ ਸੀ ਬਹੁਤ ਬੇਚੈਨੀ ਵੱਧਦੀ ਜਾਂਦੀ ਸੀ। ਇਹੀ ਲੱਗਦਾ ਕਿ ਇਹ ਜ਼ਿੰਦਗੀ ਬੜੀ ਅਧੂਰੀ ਹੈ ਗੁਰੂ ਤੋਂ ਬਗੈਰ। ਕਰਦੇ ਕਰਦੇ ਕਾਫੀ ਟਾਈਮ ਨਿਕਲ ਗਿਆ, ਸਮਾਂ ਨਿਕਲਦਾ ਗਿਆ, ਕੁਛ ਪਤਾ ਨਹੀਂ ਲੱਗਿਆ। ਇੱਕ ਦਿਨ ਸਾਡੇ ਘਰ ਫੈਮਿਲੀ ਡਿਨਰ ਸੀ, ਕੁਛ ਫੈਮਿਲੀ ਬਾਹਰੋਂ ਆਈ ਹੋਈ ਸੀ, ਅਸੀਂ ਉਹਨਾਂ ਨੂੰ ਘਰ ਡਿਨਰ ਤੇ ਬੁਲਾਇਆ। ਉਹਨਾਂ ਚੋਂ
एक फैमिली मैंबर गुरु जी के बहुत नजदीक सी, अज भी है। उन्होंने मैनू गुरु जी बारे दसिया। मैनू ये एहसास होया कि जिहड़ी मेरी रूह की आवाज है, जिहड़ी मेरी रूह मैनू पुकारती है उस पासे नू जान लई, जे ये किते इनू संतोख मिलना है तो वो इत्थे ही मिलना है। कुदरती गल सी कि रात नू डिनर सी, अगले दिन सवेरे मेरे हसबैंड दिल्ली जा रहे सी। उस टाइम गुरु जी एम्पायर स्टेट आ गए सी। मैं इन्हों कहा कि तुसी मैनू भी दिल्ली लै चलो। तो मैं अपना सत्संग इस तरह तुहानू सुनावांगी एक तरतीब दे विच कि जदों मैं गुरु जी नू मिली नहीं सी, पहला गुरु जी मेरी लाइफ च जदों असी फिजिकली मैं गुरु जी नाल सामने गुरु जी दे राबता नहीं कीता सी, उस टाइम ते गुरु जी ने मेरी लाइफ दे विच मैनू कदों कदों आके बचाया, जिहड़ा कॉन्शियसली मैनू पता है। सत्संग तो बहुत लंबे हो जाएंगे, बट मैं कोशिश करांगी कि मैं जिन्ना दस सकां। गुरु जी नू फिजिकल फॉर्म च मिलन तो पहला जदों मैं तुहानू दस्सिया कि गुरु जी मैनू रेडी कर रहे सी, अपनी वाइब्रेशनल फ्रीक्वेंसी ते लैके आ रहे सी, उस टाइम ते जदों मैनू प्रेपरेशन मेरा प्रेप टाइम सी, उस टाइम ते एक दिन असी अपने घर बैठे हुए सी ते मैनू सडनली मेरी बेटी दी रोन दी आवाज सुनी। 3 सालां दी सी। मैं दौड़ के ਇਹਦੇ कमरे विच गई। ये बच्चे ने पैंट च अपनी सुसु करके ते बेहोश हो गई। मैं कुछ ज्यादा उस चीज बारे सोचा नहीं, फटाफट ठीक भी हो गई। कुछ मैं ज्यादा सोचा नहीं। सारे मैनू घर च कहन लग गए बहुत वीक है, ये खांदी कुछ नहीं है, इसका ज्यादा ख्याल रखा करो, ये क्यों बेहोश हुई। ऐदा वो दिन निकल गया। अगले दिन मैं अपनी किसी फ्रेंड नू मिलन गई जिहदा एक ब्यूटी सैलून सी, ते उत्थे मैं उन्होंने दस रही सी कि कल बेटी दे नाल ऐदा होया। कोई नजदीक डॉक्टर बैठे हुए सी, उन्होंने ये गल सुनी ते उन्होंने मैनू ये गल कही कि आई एम सॉरी, आई कुडंट स्टॉप लिसनिंग टू व्हाट यू वर सेइंग, बट यू मस्ट टेक योर डॉटर टू अ डॉक्टर। मैनू समझ नहीं आई कि इन्नी की गल होगी कि जिहड़ा मैनू कह रहे हैं कि यू मस्ट टेक हर टू अ डॉक्टर। मैं घर आई, अपने हसबैंड नू दस्सिया। वो कहंदे कि ठीक है, असी डॉक्टर दे लै चलदे हां। इन्नी देर नू मेरे हसबैंड को एक उन्होंने क्लाइंट आंदे सी जिहड़े पंडित सीगे। वो कहंदे कि थोड़ी बेबी शिव भगत है। ते मेरे हसबैंड कहंदे कि हाँ जी। वो कहंदे थोड़े घर मैं जदों भी आंदा महामृत्युंजय दा पाठ लग्या हुंदा है, और ये जिहड़ा पाठ है ये ऐदा नहीं लगना चाहिए, खास करके उस घर दे विच जिथे मीट शराब चलदा होवे। इसे करके थोड़ी बेटी बीमार हुई है, तो तुसी ये पाठ लगाना बंद कर दो। महामृत्युंजय के नाल मैनू एक अटैचमेंट सी, मैनू समझ नहीं सी आंदा, पर इहदियां वाइब्रेशंस मैनू इन्नियां चंगियां लगदियां सी कि दिन रात ऑन द लूप मेरे घर चलदा हुंदा सी। मैं बहुत निराश हो गई उन्हां दी गल सुन के। मैं अपने हसबैंड मैं रो पई उन्हां कोल, अपने हसबैंड कोल, ते मैं उन्हां नूं कहा कि इन्होंने ये किद्दां कह दिता। मैं बहुत हर्ट हो गई। मैं कहा जे किसी फॉर्म ऑफ प्रेयर दा गुड मीनिंग नहीं हो सकता तो बैड नहीं हो सकता। सो मैं ये नहीं मनूंगी कि ये बैड इफेक्ट करके मेरा बच्चा बीमार होया। मैं शिव जी दे नाल बैठ के बहुत ध्यान लगांदी हुंदी सी। उस टाइम ते मेरी लाइफ तो फेस सी कि मैं मेडिटेशन बहुत ज्यादा करती सी। मैं बच्चों के कमरे च मेडिटेशन च बैठ गई और मैं क्या अज मैं तां जाऊंगी, मैं इत्थों तां उठूंगी कि तुसी मैनू आप दर्शन दोगे और मैनू ये दसोगे कि ये इस करके नहीं होया और मेरा बच्चा बीमार क्यों हो गया जो महामृत्युंजय दा पाठ चल रहा था। कुछ देर मेडिटेशन करने तो बाद गुरु जी अपीयर्ड। मैं उस टाइम पे गुरु जी की फोटो नहीं देखी हुई सी और गुरु जी लुक्ड नथिंग लाइक शिव जी, पर मन नू एक बड़ी ही तस्कीन मिली इस गल तो कि मैनू शिव जी दे दर्शन हो गए हैं। और मैं उठ के अपने हसबैंड ने कहा कि हुण चलो इनू हॉस्पिटल लैके चलिए। असीं इनू हॉस्पिटल लैके गए। डॉक्टर्स नू पता लग्या जदों की होया है, वो सारे कहंदे कि शायद इनू फिट्स पैंदे हैं, सो असीं इनू चेक करते हैं। उन्होंने जदों चेक किया, EEG की, MRI की, ये किया वो किया, बिल्कुल 9/9, कोई भी प्रॉब्लम नहीं। और डॉक्टर्स बिलीव नहीं कर सकते सी उस टाइम पे कि जो ये सिम्पटम्स असी दस रहे सी उन्होंने कि इस तरह होया उस टाइम पे, और जो ये रिजल्ट आ रहे सी कहंदे कि तुहानू भुलेखा लग्या होना कि ऐदा होया, क्योंकि इन्नी हेल्थी EEG MRI हर चीज इन्नी हेल्थी। सो ये एक्सपीरियंस ही मेरा गुरु जी नू फिजिकली मिलन तो पहला।
दूसरा मेरा एक्सपीरियंस ये सी कि मैनू बच्चे उस टाइम ते कोई 7-8 साल दे सीगे, मैनू गायनी प्रॉब्लम्स होने लगियां। वो काफी 2-3 महीनों तो मेरे चल रही सी प्रॉब्लम्स, और मैं अपने हस्बैंड ने दस्या कि मैनू ऐदा करके प्रॉब्लम्स चल रही हैं। बस ऐदा टालदे टाइम निकल गया, 4-5 महीने हो गए। एक दिन मेरे हस्बैंड ने हेमकुंड जाना चाहिए, हेमकुंड चले गए। मैं सोचा पिछू मैं डॉक्टर ने जाके दिखान दी, मैं डॉक्टर ने दिखान गई। डॉक्टर ने सब तो पहला मेरा प्रेगनेंसी टेस्ट किया और वो प्रेगनेंसी वाज पॉजिटिव। मैं डॉक्टर ने सब तो पहला ये गल कही कि मेरे बच्चे तो बहुत बड़े हैं और ये तो हो नहीं सकता। डॉक्टर ने अगों कहा कि अजकल लोगों ने 3 बच्चे भी होंगे हैं, कोई प्रॉब्लम नहीं होंगी, तुसी सोच लो। मैं डॉक्टर ने कहा नहीं, तुसी ऐदा करो, तुसी अबॉर्शन कर दो। वो कहंदी कि नहीं, अज तुसी कल्ले आए हो, तुसी कल नूं किसी नूं लैके आना, अज असीं सिर्फ स्कैन करांगे, ये देखांगे कि सब कुछ अंदर ठीक ठाक है, हेल्थी है सब कुछ, और कल नूं तुसी जदों आओगे फिर डिसीजन करके आयो, और फिर असी जो भी तुसी डिसीजन लाओगे असी उहदे ते चलांगे। मैं घर वापस आ गई। मैं आके अपनी मदर इन लॉ नूं दस्या। मम्मा कहन लग गए तुसी सोच लो, वेट कर लो, इन्हां दी आ जाणगे, फिर उस तो बाद डिसीजन ले लेना। पर मैं बहुत एडमेंट सी कि नहीं, ये नहीं, हुण नहीं, क्योंकि हुण ये रस्ता जिहड़ा स्पिरिचुअलिटी दा है ये मैं ले लिया। हुण मैं इस रस्ते ते तुर पई हां। मैं मसां इन चीजां चों निकली हां। बच्चे थोड़े वड्डे होए हैं, मेरे को टाइम होया कि मैं अपनी स्पिरिचुअल इवॉल्वमेंट ते ध्यान दे सकां। हुण मैं फिर इस चक्कर च नहीं पैना। असीं डॉक्टर दे गए ते जाके असीं उहनूं यही गल कही कि नहीं, तुसीं अबॉर्शन कर दो। डॉक्टर कहंदी कि चलो ठीक है, असीं अबॉर्शन कर दिंदे हां, पर एक स्कैन होर कर लीए। हुण डॉक्टर ते पहुंचण तो पहला रात किस तरह मेरी बीती सी मैं तुहानूं दसदी हां कि सारी रात मैं बैठ के रोई डॉक्टर तो आप वापस आके। और मैं यही कहती रही कि जे अज मैनू पता लग गया है कि ये अबॉर्शन दा कामिक डेट की है, तुसी अज मैनू इस रस्ते चों, इस सूई दे नक्के चों क्यों लंघा रहे हो। जे अनजान बन के इस चीज चों निकल जाती, मैनू पता ना हुंदा कि ਇਹਦਾ कामिक डेट की है और मैं अबॉर्शन करा लैंदी, फिर तो ठीक सी। पर अज मैनू पता है, मैं इस रस्ते से तुरी हां, मैनू पता है कि ਇਹਦਾ कामिक डेट बहुत है। एक यह जिहा इम्तिहान है। मैं सारी रात बैठ के रोंदी रही। डॉक्टर ने कहा सी कि सवेरे भुखे पेट आना। कुर्सी ते बैठी रही। सवेरे 4 बजे ते मैं उठ के ब्रश किया, सोचा बैठ के पाठ करती हूँ। आके बेड ते बैठी पाठ करन लई, नींद आ गई ते ड्रीम आंदा है कि गुरु जी अपने जिहड़ा येलो ऑरेंज चोल है उहदे विच एक स्टेज ते बैठे और बहुत संगत है, लखां दे विच संगत है, और गुरु जी एक सेवादार को अपने कोल बुला के मेरे वाल नूं उंगल करके इशारा करते हैं और मेरे बारे कुछ कहते हैं। मैं गुरु जी वाल देखती हूँ, मैं सोचती हूँ कि ये मैनू पता है कि ये कौन है, पर मैनू ये नहीं पता कि कौन है। और मैं अपने मन च सोच रही हूँ कि पता नहीं की कह रहे हैं। सोचते सोचते मैं उत्थे उस बंदे वाल ध्यान करना शुरू कर दिंदी है जिहड़ा मेरे वाल नूं तुरिया आ रहा हौली हौली। वो सेवादार मेरे को आंदा है, मैनू आके कहंदा है तुसीं इत्थे लेट जाओ। वो पुराने तंबू जिवें हुंदे सी कनातां वाले जिन्हां दे विच पोल लगे हुंदे सी, ओहो जिहा तंबू है। मैं उस पोल दे थल्ले लेट जांदी हां। उस सेवादार दे हत्थ विच गुरु जी ने कोई चीज दित्ती है, वो मेरे पेट ते रखदा है और ऐदां लगदा है कि जिवें कोई सक्शन हुई है और मेरे पेट विचों कुछ निकल गया। और वो सक्शन इन्नी जोर दी हुई कि मेरी पूरी दी पूरी बॉडी बेड तो उठी और ठा करके थल्ले पई और मेरी जाग खुल गई। सो ये उस रात मेरे नाल वापरिया सी बिफोर आई वेंट टू द डॉक्टर द नेक्स्ट डे। जदों उन्हें स्कैन किया, जदों उन्हें कहा सी एक बारी होर स्कैन करके देख लैंदे हां, देयर वाज नथिंग देयर। आई हैव बोथ द स्कैन्स व्हेन देयर वाज अ फीटस एंड देयर वाजंट अ फीटस। सो ये मेरा एक्सपीरियंस सी गुरु जी नूं फिजिकली मिलन तो पहला। हुण असीं आंदे उस टाइम ते जदों मेरे हसबैंड ने दिल्ली जाना सी अगले दिन, और राती मेरी उन्हां आंटी नाल गल हुई और ये डिसाइड होया कि असीं गुरु जी नूं जाके फिजिकल फॉर्म च मिलांगे। असीं एम्पायर स्टेट पहुंचे। जिद्दां ही एम्पायर स्टेट उस टाइम ते सानू कुछ मैनू मेरे हसबैंड इन्नी रेगुलरली इन टच नहीं सी।
ਸੋ ਉਹਨਾਂ ਨੂੰ ਵੀ ਕੁਝ ਕਾਲ ਨਹੀਂ ਪਤਾ ਸੀ ਕਿ ਸੰਗਤ ਦੇ ਵਿੱਚ ਡਿਸਿਪਲਿਨ ਕਿਵੇਂ ਹੁੰਦਾ ਹੈ, ਜਾਂ ਲੰਗਰ ਕਿਹੜੇ ਵੇਲੇ ਹੁੰਦਾ ਹੈ, ਜਾਂ ਪਾਠ ਸ਼ਬਦ ਕਿਸ ਟਾਈਮ ਹੁੰਦੇ ਆ। ਸੋ ਜਦੋਂ ਅਸੀਂ ਪਹੁੰਚੇ ਉਨੀ ਦੇਰ ਨੂੰ ਲੰਗਰ ਹੋ ਚੁੱਕਿਆ ਸੀ। ਮੈਂ ਆਪਣੇ ਮਨ 'ਚ ਸੋਚ ਕੇ ਗਈ ਸੀ ਕਿ ਮੈਂ ਗੁਰੂ ਜੀ ਨੂੰ ਮੱਥਾ ਨਹੀਂ ਟੇਕੂੰਗੀ, ਮੈਂ ਜਾਊਂਗੀ, ਨਮਸਕਾਰ ਕਰੂੰਗੀ ਔਰ ਉਹਨਾਂ ਦੇ ਕੋਲ ਬੈਠੂੰਗੀ। ਟੈਸਟ ਕਰਨ ਲਈ ਨਹੀਂ ਸੀ ਗਈ, ਪੂਰੇ ਫੇਥ ਨਾਲ ਗਈ ਸੀ ਉਸ ਟਾਈਮ ਤੇ, ਪਰ ਹਜੇ ਵੀ ਜਿਹੜਾ ਮਨ ਸੀ ਉਹ ਮੱਥਾ ਟੇਕਣ ਤੱਕ ਹਜੇ ਨਹੀਂ ਪਹੁੰਚਿਆ ਸੀ। ਜਿੱਦਾਂ ਹੀ ਮੈਂ ਐਮਪਾਇਰ ਸਟੇਟ 'ਚ 2-3 ਪੌੜੀਆਂ ਉਤਰ ਕੇ ਜਦੋਂ ਨੀਚੇ ਜਾਈਦਾ, ਮੈਂ ਰਾਈਟ ਨੂੰ ਦੇਖਿਆ ਗੁਰੂ ਜੀ ਰਾਣੀ ਪਿੰਕ ਕਲਰ ਦਾ ਚੋਲਾ ਪਾ ਕੇ ਬੈਠੇ ਹੋਏ ਸੀ। ਇੰਨਾ ਜਲਾਲ, ਇੰਨਾ ਤਾਬਨਾਕ ਜਲਾਲ ਕਿ ਤੁਸੀਂ ਗੁਰੂ ਜੀ ਵੱਲ ਮੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਸੀ। ਬਸ ਏਦਾਂ ਲੱਗਿਆ ਕਿ ਅੱਜ ਹੀ ਘਰ ਪਹੁੰਚੀ ਆ। ਇਹੀ ਰੂਹ ਲੱਭ ਰਹੀ ਸੀ, ਇਸੇ ਥਾਂ ਨੂੰ ਲੱਭ ਰਹੀ ਸੀ, ਔਰ ਜਾ ਕੇ ਟਹਿ ਕੇ ਗੁਰੂ ਜੀ ਦੇ ਚਰਨ ਕਮਲਾਂ ਵਿੱਚ ਪੈ ਗਈ ਔਰ ਬੇਸਾਖਤਾ ਅਥਰੂ ਰਵਾਨਾ ਹੋ ਗਏ ਔਰ ਰੋਈ ਜਾਵਾਂ, ਰੋਈ ਜਾਵਾਂ, ਰੋਈ ਜਾਵਾਂ। ਗੁਰੂ ਜੀ ਨੇ ਇੱਕ ਵਾਰੀ ਮੈਨੂੰ ਕਿਹਾ, ਪਹਿਲਾਂ ਆਂਦੀ ਨਹੀਂ ਸੀ, ਹੁਣ ਆਈ ਹੈ ਤਾਂ ਸਿਰ ਨਹੀਂ ਚੁੱਕਦੀ। ਮੈਂ ਸਿਰ ਚੁੱਕਿਆ, ਜਾ ਕੇ ਕੋਨੇ 'ਚ ਖੜੀ ਹੋ ਗਈ, ਬੱਚੇ ਦੇ ਵਾਂਗੂ ਸੁਬਕ ਰਹੀ ਸੀ। ਮੇਰੇ ਹਸਬੈਂਡ ਮੇਰੇ ਕੋਲ ਖੜੇ ਹੋਏ ਸੀ। ਗੁਰੂ ਜੀ ਨੇ ਮੈਨੂੰ ਆਵਾਜ਼ ਮਾਰੀ ਮੇਰੇ ਨਾਮ ਦੇ ਨਾਲ, ਮੇਰੇ ਫਾਦਰ ਦਾ ਨਾਮ, ਮੇਰੇ ਗ੍ਰੈਂਡਫਾਦਰ ਦਾ ਨਾਮ, ਮੇਰੇ ਗ੍ਰੇਟ ਗ੍ਰੈਂਡਫਾਦਰ ਦਾ ਨਾਮ, ਸਾਡੇ ਐਂਸੈਸਟਰਲ ਟਾਊਨ ਦਾ ਨਾਮ, ਸਾਡੇ ਐਂਸੈਸਟਰਲ ਵਿਲੇਜ ਦਾ ਨਾਮ, ਸਾਡੇ ਪਾਕਿਸਤਾਨ ਵਾਲੇ ਪਿੰਡ ਦਾ ਨਾਮ। ਗੁਰੂ ਜੀ ਨੇ ਸਾਰਾ ਕੁਝ ਕਿਹਾ। ਫਿਰ ਉਸ ਤੋਂ ਬਾਅਦ ਗੁਰੂ ਜੀ ਕਹਿੰਦੇ, ਆ ਜਾ ਇੱਥੇ 2 ਬੱਚਿਆਂ ਦੀ ਮਾਂ ਲੱਗਦੀ ਕੁਆਰੀ ਕੁੜੀ। ਐਂਡ ਆਈ ਵਾਜ਼ ਇਨ ਐਬਸੋਲੂਟ ਸ਼ੌਕ। ਗੁਰੂ ਜੀ ਦਾ ਫੈਜ਼ ਇਹੋ ਜਿਹਾ ਸੀਗਾ ਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਨੂੰ ਕਿਸੇ ਨੇ ਦੱਸਿਆ ਕਿ ਕੋਈ ਨੈਟਵਰਕਿੰਗ ਸਿਸਟਮ ਹੈ ਜਿਹਦੇ ਥਰੂ ਇਹਨਾਂ ਨੂੰ ਪਤਾ ਲੱਗ ਗਈਆਂ ਇੰਨੀਆਂ ਗੱਲਾਂ, ਪਰ ਉਹ ਗੱਲਾਂ ਤਾਂ ਮੈਨੂੰ ਵੀ ਨਹੀਂ ਸੀ ਪਤਾ। ਮੈਨੂੰ ਵੀ ਮੇਰੇ ਗ੍ਰੇਟ ਗ੍ਰੇਟ ਗ੍ਰੈਂਡਫਾਦਰ ਦੇ ਨਾਮ ਨਹੀਂ ਸੀ ਪਤਾ ਉਸ ਟਾਈਮ ਤੇ। ਖੈਰ, ਗੁਰੂ ਜੀ ਨੇ ਹੁਕਮ ਦਿੱਤਾ ਕਿ ਅਸੀਂ ਲੰਗਰ ਛਕੀਏ। ਅਸੀਂ ਲੰਗਰ ਛਕਿਆ। ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਹਜੇ ਜਾਣਾ ਨਹੀਂ। ਸਾਰੀ ਸੰਗਤ ਨੂੰ ਰਵਾਨਾ ਕਰਕੇ ਗੁਰੂ ਜੀ ਨੇ ਗੱਡੀਆਂ ਲਗਵਾਈਆਂ ਔਰ ਸਾਰੀਆਂ ਗੱਡੀਆਂ ਨਿਕਲੀਆਂ। ਕੁਛ ਥੋੜੇ ਜਿਹੇ ਲੋਕ ਸੀ, 5-7 ਜਣੇ ਸੀ। ਇੱਕ 5 ਸਟਾਰ ਸੀ ਨਜ਼ਦੀਕ ਹੀ, ਕੋਈ ਮੈਨੂੰ ਯਾਦ ਨਹੀਂ ਹੈ, ਸ਼ਾਇਦ JW ਸੀ। ਗੁਰੂ ਜੀ ਉੱਥੇ ਲੈ ਕੇ ਗਏ, ਕਹਿੰਦੇ ਚੱਲ ਤੈਨੂੰ ਕੌਫੀ ਪਿਲਾਵਾਂ, ਬੜੀ ਦੇਰ ਬਾਅਦ ਆਈ ਹੈ। ਅਸੀਂ ਕੌਫੀ ਪੀਣ ਚਲੇ ਗਏ। ਕੁਛ VIPs ਵੀ ਸੀ, ਮੈਂ ਨਾਮ ਕਿਸੇ ਦਾ ਵੀ ਨਹੀਂ ਲਵਾਂਗੀ। ਗੁਰੂ ਜੀ was sitting at the head of the table and ਅਸੀਂ ਕੌਫੀ ਆਰਡਰ ਕੀਤੀ। ਗੁਰੂ ਜੀ ਨੇ ਕੁਛ ਨਹੀਂ ਖਾਧਾ। ਇਹ ਸਾਰਾ ਐਕਸਪੀਰੀਅੰਸ ਇਸ ਤਰ੍ਹਾਂ ਜਿਸ ਤਰ੍ਹਾਂ ਝੋਲੇ ਦੇ ਵਿੱਚ ਹੀ ਹੋਇਆ ਸੀ, ਇੱਕ ਹੋਰ ਡਾਇਮੈਂਸ਼ਨ ਦੇ ਵਿੱਚ, ਇੱਕ ਹੋਰ ਰਿਐਲਿਟੀ ਦੇ ਵਿੱਚ ਹੋਇਆ ਸੀ। ਸੋ ਅੱਜ ਜਦੋਂ ਮੈਂ ਇਹਦੇ ਬਾਰੇ ਸੋਚਦੀ ਹਾਂ ਜਾਂ ਯਾਦ ਕਰਦੀ ਹਾਂ ਤਾਂ ਲੱਗਦਾ ਕਿ ਉਹ ਰਿਐਲਿਟੀ ਕੋਈ ਹੋਰ ਸੀ। ਉੱਥੇ ਅਸੀਂ ਘੰਟਾ ਡੇਢ ਕੌਫੀ ਵਗੈਰਾ ਪੀਤੀ, ਫਿਰ ਅਸੀਂ ਐਮਪਾਇਰ ਸਟੇਟ ਵਾਪਸ ਆਏ। ਉੱਥੋਂ ਗੁਰੂ ਜੀ ਦਾ ਹੁਕਮ ਹੋਇਆ ਕਿ ਮਾਮੀ ਜੀ ਮਾਮਾ ਜੀ ਦੇ ਘਰ ਜਾਣਾ। ਅਸੀਂ ਉੱਥੇ ਚਲੇ ਗਏ। ਸਿਰਫ ਗੁਰੂ ਜੀ, ਮੈਂ ਤੇ ਮੇਰਾ ਹਸਬੈਂਡ, ਮਾਮੀ ਜੀ ਮਾਮਾ ਜੀ ਨਾਲ ਸੀ, ਉਹ ਵੀ ਆਏ ਸਾਡੇ ਨਾਲ। ਅਸੀਂ ਅੰਦਰ ਗਏ ਤੇ ਗੁਰੂ ਜੀ ਨੇ ਮਾਮਾ ਜੀ ਨੂੰ ਕਿਹਾ ਕਿ ਮੇਰੇ ਹਸਬੈਂਡ ਨੂੰ ਵੱਲ ਇਸ਼ਾਰਾ ਕਰਕੇ ਕਿ ਉਹਨਾਂ ਦਾ ਨਾਮ ਲੈ ਕੇ ਕਿ ਇਹਨਾਂ ਨੂੰ ਤੁਸੀਂ ਡਰਿੰਕ ਦਿਓ। ਔਰ ਅਸੀਂ ਬੈਡਰੂਮ 'ਚ ਬੈਠ ਕੇ, ਗੁਰੂ ਜੀ ਵਾਸ ਸਿਟਿੰਗ ਔਨ ਦ ਬੈਡ, ਮੈਂ ਗੁਰੂ ਜੀ ਦੇ ਚਰਨਾਂ 'ਚ ਬੈਠੀ ਹੋਈ ਸੀ। ਗੁਰੂ ਜੀ ਨੇ ਨਾਲ ਪਹਿਲਾਂ ਤਾਂ ਫਾਈਲ ਖੁੱਲਦੀ ਸੀ ਗੁਰੂ ਜੀ ਦੇ ਅੱਗੇ, ਤੇ ਉਸ ਟਾਈਮ ਤੇ ਏਦਾਂ ਲੱਗ ਰਿਹਾ ਸੀ ਗੁਰੂ ਜੀ ਬਿਲਕੁਲ ਚੁੱਪ ਬੈਠ ਕੇ ਮੇਰੀ ਫਾਈਲ ਵੱਲ ਗੌਰ ਕਰ ਰਹੇ हैं। ਮੇਰੀ ਚੁੱਪਚਾਪ ਬੈਠੀ ਹੋਈ ਸੀ, ਪਰ ਅਥਰੂ ਏਦਾਂ ਰਵਾਨਾ ਸੀ ਔਰ ਗੁਰੂ ਜੀ ਦਾ ਨੂਰ ਇਹੋ ਜਿਹਾ ਸੀ ਕਿ ਜਿੱਦਾਂ ਗੋਸ਼ੇ ਗੋਸ਼ੇ ਦੇ ਵਿੱਚ ਅਸਰ ਕਰਦਾ ਸੀ। ਏਦਾਂ ਲੱਗਦਾ ਸੀ ਕਿ ਹਰ ਤੁਹਾਡੀ ਜਿਹੜੇ ਜਿਸਮ ਦਾ ਪੋਰ ਹੈ ਇਹਦੇ ਵਿੱਚ ਉਹਦੀ ਹੀਲਿੰਗ ਚਲੀ ਗਈ ਹੈ, ਉਹ ਸਮਾ ਗਿਆ ਔਰ ਅੱਖਾਂ ਦੇ ਰਾਹੀਂ ਉਹ ਨੀਰ ਵਗੀ ਜਾ ਰਿਹਾ ਸੀ। ਉਸ ਟਾਈਮ ਤੇ ਮੇਰੇ ਨਾਲ ਇਹ ਜਿਹੜਾ ਪ੍ਰੈਗਨੈਂਸੀ ਵਾਲਾ ਇੰਸੀਡੈਂਟ ਹੈ ਉਸ ਤੋਂ ਥੋੜੇ ਦਿਨ ਪਹਿਲਾਂ ਹੀ ਹੋਇਆ ਸੀ। ਮੈਂ ਥੋੜੀ ਜਿਹੀ ਹਿੰਮਤ ਕਰਕੇ ਗੁਰੂ ਜੀ ਨੂੰ ਕਿਹਾ, ਮੈਂ ਕਿਹਾ ਤੁਸੀਂ ਆਏ ਸੀ। ਗੁਰੂ ਜੀ ਮੈਨੂੰ ਕਹਿੰਦੇ ਤੈਨੂੰ ਨਹੀਂ ਚਾਹੀਦਾ ਸੀ, ਮੈਂ ਲੈ ਗਿਆ ਸੀ। ਐਂਡ ਦੈਟ ਵਾਸ ਇਟ। ਉਸ ਤੋਂ ਬਾਅਦ ਟੈਲੀਪੈਥਿਕਲੀ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਗੁਰੂ ਜੀ ਦੀਆਂ ਔਰ ਮੇਰੀਆਂ। ਫਿਰ ਇੱਕਦਮ ਗੁਰੂ ਜੀ ਨੇ ਮੈਨੂੰ ਘੰਟੇ ਡੇਢ ਮਗਰੋਂ ਕਿਹਾ, ਆਪਣਾ ਜੋੜਾ ਜਿਹੜਾ ਪੈਰੀਂ ਪਾਇਆ ਹੋਇਆ ਸੀ, ਮੈਨੂੰ ਕਹਿੰਦੇ ਇਹਨੂੰ ਚੁੱਕ। ਮੈਂ ਇਹਨੂੰ ਚੁੱਕਿਆ। ਕਹਿੰਦੇ ਇਹਨੂੰ ਸਮੈਲ ਕਰ। ਮੈਂ ਇਹਨੂੰ ਸਮੈਲ ਕੀਤਾ। ਸੰਗਤ ਜੀ, ਤੁਹਾਨੂੰ ਪਤਾ ਕਿ ਗੁਰੂ ਜੀ ਦੀ ਜਿਹੜੀ ਖੁਸ਼ਬੂ ਸੀ, ਲੱਖਾਂ ਬਹਾਰਾਂ ਇਕੱਠੀਆਂ ਹੋ ਜਾਣ
ਤੇ ਨਾ ਤਾਂ ਤੁਸੀਂ ਉਹਨੂੰ ਡਿਸਕ੍ਰਾਈਬ ਕਰ ਸਕੋਗੇ ਜਿਹੜੀ ਉਹਨਾਂ ਦੀ ਖੁਸ਼ਬੂ ਹੈ। ਔਰ ਜੇ ਤੁਸੀਂ ਉਹਨੂੰ ਐਕਸਪੀਰੀਅੰਸ ਕਰ ਲਓਗੇ ਤਾਂ ਤੁਸੀਂ ਉਹਨੂੰ ਪੂਰੀ ਤਰ੍ਹਾਂ ਐਕਸਪੀਰੀਅੰਸ ਹੀ ਨਹੀਂ ਕਰ ਸਕਦੇ। ਤੁਸੀਂ ਸਿਰਫ ਉਹਦਾ ਇੱਕ ਫਰੈਕਸ਼ਨ ਐਕਸਪੀਰੀਅੰਸ ਕਰ ਸਕਦੇ ਹੋ। ਉਹ ਏਦਾਂ ਲੱਗਿਆ ਕਿ ਨਾ ਜਿੱਦਾਂ ਹਜ਼ਾਰਾਂ ਸ਼ੀਸ਼ੀਆਂ ਸੈਂਟ ਦੀਆਂ ਟੁੱਟ ਗਈਆਂ ਹੋਣ ਔਰ ਉਹ ਸਾਰੀਆਂ ਤੁਹਾਡੇ ਗਲੇ 'ਚ, ਤੁਹਾਡੀ ਰੂਹ 'ਚ, ਤੁਹਾਡੀ ਹੋਸ਼ਾਂ 'ਚ ਔਰ ਪੋਰ ਦੇ ਵਿੱਚ ਸਮਾ ਗਈਆਂ। ਉਸ ਤੋਂ ਬਾਅਦ ਗੁਰੂ ਜੀ ਨੇ ਮੈਨੂੰ ਆਪਣੇ 10 ਦੁਆਰਾਂ ਦੇ ਦਰਸ਼ਨ ਕਰਾਏ। ਉਦੋਂ ਇੰਨੀ ਅਕਲ ਨਹੀਂ ਸੀ, ਥੋੜੀ ਜਿਹੀ ਨਰਵਸਨੈਸ ਵੀ ਸੀ। ਗੁਰੂ ਜੀ ਨੇ ਮੈਨੂੰ ਕਿਹਾ ਕਿ ਇੱਥੋਂ ਖੁਸ਼ਬੂ ਲਓ, ਇੱਥੋਂ ਖੁਸ਼ਬੂ ਲਓ, ਇੱਥੋਂ ਖੁਸ਼ਬੂ ਲਓ। ਔਰ ਉਹ ਰਾਤ ਬਸ ਏਦਾਂ ਹੀ ਨਿਕਲ ਗਈ। ਆਲਮੋਸਟ ਸਵੇਰੇ 5 ਵਜੇ ਅਸੀਂ ਹੋਟਲ ਪਹੁੰਚੇ ਔਰ ਜਾ ਕੇ ਬਿਲਕੁਲ ਨੀਂਦ ਨਹੀਂ ਆਈ। ਗੁਰੂ ਜੀ ਨੇ ਇੱਕ ਚੀਜ਼ ਮੈਨੂੰ ਜ਼ਰੂਰ ਕਹੀ ਉਸ ਰਾਤ ਕਿ ਅੱਜ ਤੋਂ ਬਾਅਦ ਮੈਡੀਟੇਸ਼ਨ ਨਹੀਂ ਕਰਨੀ। ਔਰ ਇਹ ਹਿੰਮਤ ਨਹੀਂ ਪਈ ਕਹਿਣ ਦੀ, ਕਿਉਂਕਿ ਮੈਂ ਮੈਡੀਟੇਸ਼ਨ ਬਹੁਤ ਜ਼ਿਆਦਾ ਕਰਦੀ ਹੁੰਦੀ ਸੀ। ਗਈ ਤਾਂ ਮੈਂ ਰੂਹਾਨੀ ਤਸਕੀਨ ਲਈ ਸੀ, ਪਰ ਉਹੀ ਚੀਜ਼ ਗੁਰੂ ਜੀ ਨੇ, ਜਿਸ ਚੀਜ਼ ਲਈ ਮੈਂ ਗਈ ਸੀ, ਉਹੀ ਚੀਜ਼ ਗੁਰੂ ਜੀ ਨੇ ਮੈਨੂੰ ਮਨਾ ਕਰ ਦਿੱਤੀ ਕਿ ਧਿਆਨ ਨਹੀਂ ਲਗਾਉਣਾ। ਮੈਨੂੰ ਬੜਾ ਹੀ ਅਜੀਬ ਲੱਗਿਆ ਉਸ ਟਾਈਮ ਤੇ ਕਿ ਗੁਰੂ ਜੀ ਨੇ ਤਾਂ ਇਹ ਵੀ ਮਨਾ ਕਰ ਦਿੱਤੀ ਜਿਹੜੀ ਮੇਰੀ ਇੱਕ ਪ੍ਰੈਕਟਿਸ ਸੀ, ਜਿਹੜੀ ਮੈਂ ਹਰ ਰੋਜ਼ ਕਰਦੀ ਸੀ। ਇਨਫੈਕਟ ਮੈਂ ਮੈਡੀਟੇਸ਼ਨ ਸਿਖਾਉਂਦੀ ਸੀ, ਮੈਂ ਕਲਾਸਿਸ ਲੈਂਦੀ ਸੀ। ਗੁਰੂ ਜੀ ਨੇ ਇੰਨੀ ਗੱਲ ਕਹੀ ਕਿ 40 ਤੋਂ ਬਾਅਦ ਕਰਾਂਗੇ, ਹੁਣੇ ਟਾਈਮ ਨਹੀਂ ਹੈ ਮੈਡੀਟੇਸ਼ਨ ਕਰਨ ਦਾ, ਹਜੇ ਟਾਈਮ ਹੈ ਬੱਚੇ ਪਾਲਣ ਦਾ। ਮੈਂ ਘਰ ਵਾਪਸ ਆਈ। ਗੁਰੂ ਜੀ ਦਾ ਤਾਂ ਇਹ ਹੁਕਮ ਸੀ ਕਿ ਮੈਂ ਹਜੇ ਜਿੰਨੀ ਦੇਰ ਉਹ ਹੁਕਮ ਨਹੀਂ ਕਰਨਗੇ ਮੈਂ ਉਨੇ ਦਿਨ ਉੱਥੇ ਰਹਿਣਾ, ਪਰ ਮੇਰੇ ਹਸਬੈਂਡ ਨੇ ਵਾਪਸ ਆਉਣਾ ਸੀ, ਸਾਨੂੰ ਵਾਪਸ ਆਉਣਾ ਪਿਆ ਕਿਉਂਕਿ ਮੈਂ ਮੈਡੀਟੇਸ਼ਨ ਸਿਖਾਉਂਦੀ ਸੀ। ਕਾਲ ਬਣਿਆ ਹੋਇਆ ਸੀ ਤੇ ਮੈਂ ਸਿਖਾਉਂਦੀ ਰਹੀ। ਹੋਇਆ ਇਹ ਕਿ ਮੈਂ ਬਿਮਾਰ ਹੋ ਗਈ, ਬਹੁਤ ਜ਼ਿਆਦਾ ਬਿਮਾਰ ਹੋ ਗਈ ਕਿ ਮੈਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ। ਔਰ ਬੁਖਾਰ ਜਦੋਂ ਚੜ੍ਹਦਾ ਹੁੰਦਾ ਸੀ ਉਹਦਾ ਉਨਾ ਕੁ ਹੀ ਚੜ੍ਹਦਾ ਸੀ 99 ਔਰ 100 ਦੇ ਵਿੱਚ। ਔਰ ਜਿੰਨੀਆਂ ਇਨਵੈਸਟੀਗੇਸ਼ਨਸ, ਮੈਡੀਕਲ ਇਨਵੈਸਟੀਗੇਸ਼ਨ ਸੀ ਜਿੰਨੀਆਂ ਵੀ ਕਰਾਈਆਂ, ਉਹਦੇ ਚੋਂ ਕੁਛ ਨਹੀਂ ਨਿਕਲਦਾ ਸੀ। ਮੈਂ ਕਦੀ ਹਸਪੀਟਲ ਦੇ ਅੰਦਰ, ਕਦੀ ਹਸਪੀਟਲ ਤੋਂ ਬਾਹਰ, ਬਸ ਇਹੀ ਆਲਮੋਸਟ 6 ਮਹੀਨੇ ਏਦਾਂ ਹੀ ਚੱਲਦਾ ਰਿਹਾ। ਪਰ ਇਸ ਟਾਈਮ ਦੇ ਦੌਰਾਨ ਜਦੋਂ ਗੁਰੂ ਜੀ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਮੈਡੀਟੇਸ਼ਨ ਨਹੀਂ ਕਰਨੀ, ਮੈਂ ਮੈਡੀਟੇਸ਼ਨ ਕਿਉਂਕਿ ਛੱਡੀ ਨਹੀਂ ਸੀ, ਮੈਨੂੰ ਇਹ ਲੱਗਿਆ ਕਿ ਸ਼ਾਇਦ ਮੈਂ ਮੈਡੀਟੇਸ਼ਨ ਛੱਡੀ ਨਹੀਂ ਹੈ ਤੇ ਗੁਰੂ ਜੀ ਨੇ ਮੇਰੀ ਮੈਡੀਟੇਸ਼ਨ ਛੁਡਾਉਣ ਕਰਕੇ ਮੈਨੂੰ ਇੰਨਾ ਬਿਮਾਰ ਕਰ ਦਿੱਤਾ ਕਿਉਂਕਿ ਮੇਰੀਆਂ ਕਲਾਸਾਂ ਲੈਣੀਆਂ ਬੰਦ ਹੋ ਗਈਆਂ। ਪਰ ਇੱਕ ਹੋਰ ਗੁਰੂ ਜੀ ਨੇ ਬਹੁਤ ਵੱਡੀ ਬਲੈਸਿੰਗ ਮੇਰੇ ਤੇ ਉਸ ਟਾਈਮ ਤੇ ਕੀਤੀ ਕਿ ਮੈਨੂੰ ਖੁੱਲੀਆਂ ਅੱਖਾਂ ਨਾਲ ਦਰਸ਼ਨ ਹੋਣੇ ਸ਼ੁਰੂ ਹੋ ਗਏ of higher entities, avatars, ascended masters। ਸੋ ਇੱਕ ਦਿਨ ਮੈਂ ਆਪਣੇ ਬੈੱਡ ਤੇ ਲੇਟੀ ਹੋਈ ਸੀ ਤੇ ਮੈਨੂੰ ਏਦਾਂ ਲੱਗਿਆ ਅੱਖ ਦੇ ਕੋਨੇ ਤੋਂ ਕਿ ਇੱਕ ਫੇਸ ਹੈ ਜਿਹੜਾ ਹੱਸ ਰਿਹਾ ਹੈ। ਉਹ ਪੂਰੇ ਦੰਦ ਨਜ਼ਰ ਆ ਰਹੇ ਉਹਨਾਂ ਦੇ, ਬਹੁਤ ਜ਼ੋਰ ਦੀ ਹੱਸ ਰਹੇ ਹੈ ਔਰ ਮੱਥੇ ਤੇ ਉਹਨਾਂ ਨੇ ਰੈਡ ਬੈਂਡੇਨਾ ਪਾਇਆ ਹੋਇਆ। ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਕੌਣ ਸੀ। ਔਰ ਮੈਂ ਇਸ ਚੀਜ਼ ਤੋਂ ਇੰਨਾ ਯੂਜ਼ਡ ਟੂ ਹੋ ਗਈ ਸੀ ਕਿ ਕਦੇ ਮੈਨੂੰ ਜੀਸਸ ਕ੍ਰਾਈਸਟ ਨਜ਼ਰ ਆਣੇ, ਕਦੇ ਮੈਨੂੰ ਕ੍ਰਿਸ਼ਨ ਜੀ ਨਜ਼ਰ ਆਣੇ, ਕਦੇ ਮੈਨੂੰ ਸ਼ਿਵ ਜੀ। ਖੁੱਲੀਆਂ ਅੱਖਾਂ ਦੇ ਨਾਲ ਜਦੋਂ ਦਰਸ਼ਨ ਇੰਨੇ ਜ਼ਿਆਦਾ ਹੋਣ ਲੱਗ ਗਏ ਸੀ ਕਿ ਮਤਲਬ ਮੈਨੂੰ ਇਹ ਇੱਕ ਬੜੀ ਆਮ ਜਿਹੀ ਚੀਜ਼ ਲੱਗਣੀ ਸ਼ੁਰੂ ਹੋ ਗਈ ਸੀ। ਸੋ ਉਸ ਦਿਨ ਜਦੋਂ ਇਹ ਦਰਸ਼ਨ ਮੈਨੂੰ ਹੋਏ, ਮੈਨੂੰ ਨਹੀਂ ਪਤਾ ਸੀ ਕਿ ਇਹ ਕੌਣ ਹੈ। ਮੈਨੂੰ ਸਵੇਰੇ ਦਰਸ਼ਨ ਹੁੰਦੇ ਆ ਔਰ ਅਗਲੇ ਸਵੇਰੇ ਮੇਰੀ ਇੱਕ ਸਟੂਡੈਂਟ ਜਿਹੜੀ ਸ਼ਿਰਡੀ ਸਾਈਂ ਬਾਬਾ ਗਈ ਹੋਈ ਸੀ ਦਰਸ਼ਨ ਕਰਨ ਲਈ, ਉਹ ਆਈ, ਉਹ ਮੇਰੇ ਲਈ ਇੱਕ ਐਲਬਮ ਲੈ ਕੇ ਆਈ ਉਹਨਾਂ ਦੀ ਫੋਟੋਆਂ ਦੀ। ਉਹਦੇ ਉੱਪਰ ਸ਼ਿਰਡੀ ਸਾਈਂ ਬਾਬਾ ਦੀ ਉਹੀ ਫੋਟੋ ਸੀ ਜਿਹੜੀ ਮੈਨੂੰ ਆਪਣੀ ਕੋਰਨਰ ਆਫ ਦੀ ਆਈ ਤੇ ਨਜ਼ਰ ਆਈ ਸੀ। ਮੈਂ ਜਿਵੇਂ ਹੀ ਉਹ ਐਲਬਮ ਖੋਲੀ, ਉਹਦੇ ਚ ਗੁਲਾਬ ਦੀਆਂ ਪੰਖੜੀਆਂ ਨੀਚੇ ਗਿਰਨੀਆਂ ਸ਼ੁਰੂ ਹੋ ਗਈਆਂ। ਮੈਨੂੰ ਕੁਝ ਸਮਝ ਨਹੀਂ ਆਈ ਕਿ ਇਹ ਹੋਇਆ ਕੀ ਹੈ, ਕਿ ਮੇਰੇ ਲਈ ਕੀ ਮੈਸੇਜ ਹੈ ਜਾਂ ਮੈਨੂੰ ਕਿਵੇਂ ਅੱਗੇ ਲੈ ਕੇ ਜਾਣਾ। ਸੋ ਮੈਂ ਉਹਨੂੰ ਆਪਣੀ ਸਟੂਡੈਂਟ ਨੂੰ ਕਿਹਾ, ਮੈਂ ਕਿਹਾ ਤੂੰ ਮੈਨੂੰ ਸ਼ਿਰਡੀ ਸਾਈ ਬਾਬਾ ਮੰਦਿਰ ਇੱਥੇ ਹੈਗਾ? ਕਹਿੰਦੀ ਹਾਂਜੀ ਹੈਗਾ। ਮੈਂ ਕਿਹਾ ਤੁਸੀਂ ਮੈਨੂੰ ਲੈ ਜਾਓਗੇ? ਕਹਿੰਦੀ ਹਾਂਜੀ ਲੈ ਜਾਵਾਂਗੇ। ਸੋ ਉਹ ਮੈਨੂੰ, ਅਸੀਂ ਉਸੇ ਵੇਲੇ ਤਿਆਰ ਹੋਏ ਔਰ ਅਸੀਂ ਸ਼ਿਰਡੀ ਸਾਈ ਬਾਬਾ ਮੰਦਿਰ ਚਲੇ ਗਏ। ਜਿਸ ਕਮਰੇ ਦੇ ਵਿੱਚ ਜਾ ਕੇ ਅਸੀਂ ਜੋੜੇ ਉਤਾਰੇ ਸੀ, ਉੱਥੇ ਇੱਕ ਕੰਧ, ਇੱਕ ਵਾਲ ਜਿਹਦੇ ਤੇ ਇੱਕ ਨਵਾਂ ਪਲਸਤਰ ਹੋਇਆ ਸੀ, ਉਹਦੇ ਉੱਤੇ ਮੇਰਾ ਨਾਮ ਲਿਖਿਆ ਹੋਇਆ ਸੀ ਵਾਈਟ ਚੌਕ ਦੇ ਨਾਲ, ਅਨਪੇਂਟਡ ਵਾਲ ਸੀ ਔਰ ਥੱਲੇ ਲਿਖਿਆ ਹੋਇਆ ਸੀ ਆਓ। ਮੈਨੂੰ ਕੁਝ ਸਮਝ ਨਹੀਂ ਆਈ ਔਰ ਇਹੀ ਮੈਂ ਤੁਹਾਨੂੰ ਦੱਸਿਆ ਕਿ ਏਦਾਂ ਲੱਗ ਰਿਹਾ ਸੀ ਸਭ ਕੁਝ ਇੱਕ ਡਿਫਰੈਂਟ ਰਿਐਲਿਟੀ ਚ ਹੋ ਰਿਹਾ ਕਿ ਮੈਂ ਜ਼ਮੀਨ ਤੋਂ ਉੱਪਰ ਤੁਰ ਰਹੀ ਹਾਂ। ਇਹ ਰਿਐਲਿਟੀ ਕੁਝ ਹੋਰ ਹੈ, ਇਹ ਕੋਈ ਰੈਲਮ ਹੋਰ ਹੈ। ਮੈਂ ਇਸ ਜ਼ਮੀਨ ਤੇ ਐਕਸਪੀਰੀਅੰਸ ਨਹੀਂ ਕਰ ਰਹੀ ਇਸ ਐਕਸਪੀਰੀਅੰਸ ਨੂੰ। ਮੈਂ ਅੰਦਰ ਗਈ, ਆਰਤੀ ਹੋ ਰਹੀ ਸੀ, ਉਹਨਾਂ ਨੇ ਮੈਨੂੰ ਆਰਤੀ ਦੀ ਥਾਲੀ ਪਕੜਾ ਦਿੱਤੀ, ਮੈਂ ਆਰਤੀ ਕੀਤੀ, ਵਾਪਸ ਆ ਗਈ। ਮੈਨੂੰ ਅੱਜ ਤੱਕ ਨਹੀਂ ਪਤਾ ਕਿ ਮੇਰਾ ਸ਼ਿਰਡੀ ਸਾਈ ਬਾਬਾ ਨਾਲ ਕੀ ਕਨੈਕਸ਼ਨ ਹੈ।
गुरु जी ने मैनू वो क्यों एक्सपीरियंस कराया। फिर एक बारी मैं गुरु जी को दिल्ली में गई। मैं अपने मन च सोच के गई कि मैं थर्सडे तो लैके संडे तक गुरु जी को संगत करके आवांगी। एक दिन असी राती गुरु जी ने जब सारी संगत नूं रवाना कर दिता, कुछ थोड़े जो लोग रह गए। गुरु जी की आदत सी वो आके कापे ते लेट जांदे सी और संगत नूं कहंदे सी सेवा करन नूं। किसी नूं चरण सेवा मिल जाती सी, किसी नूं कोई सेवा, किसी नूं कोई सेवा। सो गुरु जी ने ऐदां ही सेवा बख्शी। मैं सेवा कर रही सी तो मन च एक फुरना आया, बड़ा छोटा जिहा फुरना कि गुरु जी तुसी सब नूं इन्ने दर्शन करांदे हो, तुसी मैनूं गुरु नानक दे दर्शन करा दिओ। तुसी बिलीव नहीं करोगे, गुरु जी अपनी राइट बांह थल्ले रख के सिर ते टेढ़े होके लेटे हुए सी। गुरु जी ने मेरे वाल पिछे मुड़ के देखिया, मैनूं कहंदे गुरु नानक दे दर्शन होए हैं। गुरु जी जदों तुहाडे नाल गल करदे हुंदे सी आम तौर ते तुसी ब्लैंक हो जांदे सी। मैं तो हक्की बक्की रह गई। ये भी नहीं सोचा कि ये मेरी हुणे यही सोच सीगी ते गुरु जी ने पकड़ ली है। ये नहीं आया दिमाग दे विच, पर सिर्फ गुरु जी दी गल करना ही तुहाडे नाल इन्नी वड्डी गल हुंदी सी कि मैं ते मेरी एक बारी सुध बुद्धि खत्म हो गई। तो मैं सिर जिहा हिला दिता और अपने मन च सोचा कि गुरु जी पता नहीं हुण तुसीं शायद दर्शन कराओगे, पर ना डरायो ना, क्योंकि मैं तो बहुत छेती डर जाती। इन्नी देर में गुरु जी ने कहा चलो गई छुट्टी। सो सवेर के 2-3 बजे होने छुट्टी हो गई। जिवें ही मैं अपने कमरे च वापस गई, मैं अपने कपड़े बदलन लगी। मैं हजे अपनी ज्वेलरी उतार रही सी ते जिद्दां मेरे दिमाग दे अंदर ही कीर्तन, और कीर्तन जिहड़ा असीं अज कीर्तन सुनदे हां ऐदां कीर्तन नहीं, जिहड़ा पुरातन रागी कीर्तन जिद्दां करदे हुंदे सी भाई गोपाल सिंह, भाई बख्शीश सिंह, इहो जिहा कीर्तन हौली हौली बज रहा सी। पर मैनूं समझ नहीं सी आ रहा कि कित्थों बज रहा। मतलब मैं कोशिश कर रही सी उन्हें समझण दी, पर जिहड़ा कॉन्शियस माइंड है उस टाइम ते उन्हें बैक सीट ले ली सी। और ये गुरु जी की ब्लैसिंग हुंदी है कि तुहानूं उस रवानगी च ही लै तुरी जांदे हैं। सो मैं ये सोच ही रही सी कि की हो रहा है, कि वो जिहड़ी आवाज है वो वध रही सी और वो फीलिंग जिहड़ी सी जिहड़ी ऑफ बीइंग इन अ डिफरेंट प्लेस, a different time, a different realm, वो आनी शुरू हो गई। मैं ज्यों ही बेड पे जाके लेटिया नहीं गया, उठ के बैठ गई, दीवार के नाल कंध लगा के बेड के पीछे ऐदां करके बैठ गई। और ऐदां लग्या कि जिहड़ा थर्ड आई पॉइंट हुंदा है मत्थे दे विच, इत्थों एक ब्लू कलर का स्टार निकलिया। उस स्टार दे विचों मैं पीस करती हूं और अगे जाके मैनूं गुरु नानक देव जी के दर्शन होंगे, जेड़ा मैनूं उस टाइम ते नहीं पता सी, क्योंकि गुरु नानक देव जी डजंट लुक लाइक गुरु नानक देव जी जेहड़ियां आप फोटोज देखिया होंगी। सो मैं जदों उन्हां नूं देखिया मैनूं पता ते सी कि कुछ है, पर मैनूं ये नहीं सी पता कि है। गुरु जी उत्थे गुरु नानक देव जी उत्थे बैठे हुए सी, नाल एक लोटा सी, एक झरना सी, और उस सारी रात मैनूं उन्हां दे दर्शन होए। 2-3 होर जगह दे दर्शन कराए गए मैनूं, पर एक जगह उन्हां चों सचखंड से। और जो सचखंड के दर्शन दे मैं सचखंड के नजदीक मैनूं लैके जांदी हां ते एक बहुत बड़ा गेट है और बहुत वड्डी वड्डी ग्रिल है गोल्डन कलर की। ते मैं अंदर जाने की कोशिश करती हूं ते मैनूं रोक लिया जांदा है कि नहीं हजे हुक्म नहीं है जान दा अंदर, पर बाहरों दर्शन तुसीं कर सकते हो। सो मैं बाहरों दर्शन करती हां और उस सारी रात एक्सपीरियंस मेरा चलिया। मैनूं नहीं पता वो किस टाइम तक खत्म होया, मैनूं नींद आई कि नहीं आई। तो मैनूं ये पता है कि जदों मैनूं होश आया सवेरे तो चौखी धुप चढ़ गई सी उस टाइम तक, और सारे मेरे दरवाजे खड़का रहे सी कि लंच ते जाना है, चलो चली। और मैं उन्होंने ये कह रही सी कि मैनूं तां ऐदां लग रहा है कि मैनूं रात किसी ने बड़ा ही मारिया, मेरी बॉडी ऐदां पेन कर रही है कि मेरे तो बेड तो उठा नहीं जा रहा। सारी बॉडी इतनी ज्यादा पेन सी कि आई कुडंट ड्रैग माई सेल्फ आउट ऑफ बेड। सो बाकी सारे चले गए जिथे उन्होंने लंच पे जाना सी, मैं नहीं गई। अपना फेशियल कराने चली गई जदों मैं थोड़ी जी बेटर फील हुई। शाम में गुरु जी के दरबार लगना सी, दरबार सजा, शाम में तैयार होके गुरु जी को पहुंची। जितना ही मैं अंदर वड़ गई हूँ, गुरु जी मैंने देख के कहते फिर मैं तेन डराया था नहीं। और मैं इस तरह की एक सा आए ते एक जाए कि इन्होंने कितना पता, और ये नहीं पता कि यही तो उन्होंने मैनू राती बख्शिश की सी जब उन्होंने कहा सी तेन गुरु नानक के दर्शन हुए हैं।
पर हमेशा यही लगता रहता सी कि गुरु जी ਨੂੰ ਇਹ ਗੱਲ ਕਿੱਦਾਂ ਪਤਾ ਕਿ ਮੈਂ ਇਹ ਗੱਲ ਕਹੀ ਸੀ। ਔਰ ਸ਼ੁਰੂ ਦੇ ਵਿੱਚ ਤਾਂ ਇਨਸਾਨ ਇਹ ਸੋਚਦਾ ਸੀ ਕਿ ਨਾ ਇਹਨਾਂ ਦਾ ਨੈਟਵਰਕ ਬੜਾ ਸਟਰੋਂਗ ਹੈ, ਇਹਨਾਂ ਨੂੰ ਕਿਤੋਂ ਪਤਾ ਲੱਗ ਜਾਂਦਾ, ਇਹਨਾਂ ਨੂੰ ਕੋਈ ਆ ਕੇ ਦੱਸ ਦਿੰਦਾ। ਉਸ ਤੋਂ ਇੱਕ ਦਿਨ ਪਹਿਲਾਂ ਮੈਂ ਗੁਰੂ ਜੀ ਨੂੰ ਇਹ ਕਿਹਾ ਸੀ, ਮੈਂ ਕਿਹਾ ਗੁਰੂ ਜੀ ਜੇ ਤੁਹਾਡੀ ਇਜਾਜ਼ਤ ਹੋਵੇ, ਉਸ ਟਾਈਮ ਤੇ ਇਜਾਜ਼ਤ ਲੈ ਕੇ ਬੜੇ ਮੰਦਿਰ ਜਾਈਦਾ ਹੁੰਦਾ ਸੀ, ਤੇ ਮੈਂ ਕਿਹਾ ਗੁਰੂ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਬੜੇ ਮੰਦਿਰ ਹੋ ਆਵਾਂ। ਗੁਰੂ ਜੀ ਮੈਨੂੰ ਕਹਿੰਦੇ ਲੈ ਕਰਨੇ ਆਪੇ ਕੱਲੀ ਜਾਏਂਗੀ, ਮੈਂ ਤੈਨੂੰ ਲੈ ਕੇ ਜਾਊਂਗਾ। ਸੋ ਉਸ ਦਿਨ ਗੁਰੂ ਜੀ ਨੇ ਜਦੋਂ ਬਾਕੀ ਸਾਰੀ ਸੰਗਤ ਨੂੰ ਰਵਾਨਾ ਕੀਤਾ ਸੀ, 4-5 ਜਣੇ ਰਹਿ ਗਏ, ਗੁਰੂ ਜੀ ਸਾਨੂੰ ਬੜੇ ਮੰਦਿਰ ਲੈ ਕੇ ਗਏ। ਐਂਡ ਐਜ਼ ਸੂਨ ਐਜ਼ ਆਈ ਐਂਟਰਡ ਦ ਮੇਨ ਦਰਬਾਰ ਹਾਲ ਗੁਰੂ ਜੀ ਦੇ ਬੜੇ ਮੰਦਿਰ ਦਾ, ਉੱਥੇ ਸਾਹਮਣੇ ਗੁਰੂ ਨਾਨਕ ਦੇਵ ਜੀ ਦੇ ਦੀਦਾਰ ਹੋਏ ਔਰ ਫਿਰ ਕੋਈ ਮਨ ਸ਼ੱਕੋ ਸ਼ੁਬਾ ਕਿਸੇ ਵੀ ਤਰ੍ਹਾਂ ਦਾ ਨਹੀਂ ਰਹਿ ਗਿਆ। ਗੁਰੂ ਜੀ ਨੇ ਸਾਰਾ ਮੰਦਿਰ ਏਦਾਂ ਦਿਖਾਇਆ ਜਿੱਦਾਂ ਜਦੋਂ ਕੋਈ ਤੁਹਾਡੇ ਘਰ ਆਉਂਦਾ, ਤੁਸੀਂ ਬੜੇ ਪਿਆਰ ਨਾਲ ਉਹਨਾਂ ਨੂੰ ਆਪਣੇ ਘਰ ਦੇ ਯੂ ਟੇਕ them around your house, ਇਸ ਤਰ੍ਹਾਂ ਗੁਰੂ ਜੀ ਨੇ ਸਾਰਾ ਮੰਦਿਰ ਦਿਖਾਇਆ। ਅਖੀਰ ਦੇ ਵਿੱਚ ਗੁਰੂ ਜੀ ਕੁਟੀਆ ਚ ਲੈ ਕੇ ਗਏ, ਕੁਟੀਆ ਦੇ ਅੰਦਰ ਲੈ ਕੇ ਗਏ, ਕਹਿੰਦੇ ਉਹ ਸਭ ਤੁਹਾਡਾ, ਇਹ ਮੇਰਾ। ਔਰ ਕੁਟੀਆ ਦੇ ਅੰਦਰ ਉਹਦੀ ਸਿੰਪਲਿਸਿਟੀ ਦੇਖ ਕੇ, ਉਹਦੀ ਸਰਲਤਾ ਦੇਖ ਕੇ ਇੰਨੀ ਹੈਰਾਨੀ ਹੋਈ, ਕਿਉਂਕਿ ਅੰਦਰ ਸਿਰਫ ਇੱਕ ਗੇਂਦੇ ਦੇ ਫੁੱਲਾਂ ਦੀ ਮਾਲਾ ਪਈ ਹੋਈ ਸੀ ਇੱਕ ਜਗ੍ਹਾ ਤੇ, ਹੋਰ ਕੁਝ ਨਹੀਂ ਸੀ। ਸੋ ਉਸ ਰਾਤ ਗੁਰੂ ਜੀ ਦੀ ਅਸੀਮ ਕਿਰਪਾ ਕਿ ਆਪ ਪਰਮਾਤਮਾ ਸਾਨੂੰ ਇੱਕ ਕਮਰੇ ਚੋਂ ਦੂਸਰੇ ਕਮਰੇ ਚੋਂ ਤੀਸਰੇ ਕਮਰੇ ਚੋਂ ਲੈ ਕੇ ਜਾ ਰਹੇ ਹੋ ਔਰ ਸਾਨੂੰ ਇਹ ਕਹਿ ਰਹੇ ਹੈ ਕਿ ਇਹ ਸਭ ਕੁਝ ਤੁਹਾਡਾ, ਮੇਰੇ ਲਈ ਤਾਂ ਸਿਰਫ ਇਹੀ ਹੈ। ਸੋ ਅੱਗੇ ਵਧਦੇ ਹੋਏ ਕੋਸ਼ਿਸ਼ ਕਰੂੰਗੀ ਜਿੰਨੇ ਸਤਸੰਗ ਮੈਂ ਕਰ ਸਕਾਂ। ਇੱਕ ਵਾਰੀ ਦੀ ਗੱਲ ਹੈ, ਗੁਰੂ ਜੀ ਉਹਨਾਂ ਦਿਨਾਂ ਚ ਦਰਸ਼ਨ ਨਹੀਂ ਦੇ ਰਹੇ ਸੀ ਔਰ ਗੁਰੂ ਜੀ ਦੇ ਨਾਲ ਮੋਹ ਇਹੋ ਜਿਹਾ ਬਣ ਜਾਂਦਾ ਸੀ ਕਿ ਬੇਪਨਾਹ ਮੁਹੱਬਤ ਇਸ ਕਦਰ ਹੋ ਜਾ, ਮਤਲਬ ਏਦਾਂ ਲੱਗਦਾ ਸੀ ਕਿ ਤੁਹਾਡੀ ਜਾਨ ਨਿਕਲ ਜਾਣੀ ਜੇ ਤੁਸੀਂ ਗੁਰੂ ਜੀ ਨੂੰ ਨਹੀਂ ਦੇਖੋਗੇ। 3-4 ਦਿਨ ਬੜੇ ਹੀ ਰੋ ਕੇ ਕੱਟੇ। ਮੇਰਾ ਮਾਲਿਆ ਸਾਈਆਂ ਰੱਖੀ ਚਰਨਾਂ ਦੇ ਕੋਲ ਲਗਾ ਕੇ ਦਿਨ ਰਾਤ ਰੋਂਦੀ ਰਹੀ। ਫਿਰ ਇੱਕ ਦਿਨ ਪਤਾ ਨਹੀਂ ਮਨ ਚ ਕੀ ਆਈ, ਰਾਤੀ ਆਪਣੇ ਹਸਬੈਂਡ ਨੂੰ ਕਿਹਾ ਕਿ ਮੈਂ ਤਾਂ ਸਵੇਰੇ ਡਰਾਈਵਰ ਲੈ ਕੇ ਜਾ ਰਹੀ ਹਾਂ ਤੇ ਮੈਂ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਤੇ ਮੈਂ ਬਾਹਰ ਸਟੇਟ ਜਾ ਰਹੀ ਹਾਂ ਗੁਰੂ ਜੀ ਦੇ ਦਰਸ਼ਨ ਕਰਨ। ਮੈਨੂੰ ਕਹਿੰਦੇ ਗੁਰੂ ਜੀ ਤਾਂ ਦਰਸ਼ਨ ਨਹੀਂ ਦੇ ਰਹੇ। ਸੋ ਮੈਂ ਕਿਹਾ ਉਹ ਦੇਣ ਜਾਂ ਨਾ ਦੇਣ ਉਹ ਉਹਨਾਂ ਦੀ ਮਰਜ਼ੀ ਹੈ, ਪਰ ਮੈਂ ਪਹੁੰਚਣਾ ਇਹ ਮੇਰੀ ਮਰਜ਼ੀ ਹੈ। ਮੈਂ ਦੋਨੋਂ ਬੱਚੇ ਗੱਡੀ ਚ ਸਵੇਰੇ ਬਿਠਾਏ। ਜਿੱਦਾਂ ਹੀ ਅਸੀਂ ਗੱਡੀ ਚ ਬੈਠੇ ਹਾਂ ਏਦਾਂ ਲੱਗੇ ਕਿ ਅਸੀਂ ਹਵਾਈ ਜਹਾਜ਼ ਵਿੱਚ ਉੱਡਦੇ ਜਾ ਰਹੇ ਹਾਂ। ਲੱਗੇ ਹੀ ਨਹੀਂ ਕਿ ਅਸੀਂ ਗੱਡੀ ਚ ਹਾਂ। ਟਾਈਮ ਦੇਖੀਏ, ਇੰਨਾ ਟਾਈਮ ਹੋ ਗਿਆ, ਇੰਨਾ ਟਾਈਮ ਹੋ ਗਿਆ, ਇੰਨਾ ਟਾਈਮ ਹੋ ਗਿਆ। ਏਦਾਂ ਲੱਗੇ ਕਿ 1.5 ਘੰਟੇ ਦੇ ਵਿੱਚ ਅਸੀਂ ਪੂਰੇ ਦਿੱਲੀ ਪਹੁੰਚ ਗਏ ਹਾਂ। ਬਟ ਐਕਚੁਅਲੀ ਜਦੋਂ ਅਸੀਂ ਟਾਈਮ ਦੇਖਿਆ ਤਾਂ within 2 hours we were in Delhi। ਜਦੋਂ ਗੁਰੂ ਜੀ ਤੁਹਾਨੂੰ ਇਹ ਐਕਸਪੀਰੀਐਂਸਿਸ ਦਿੰਦੇ ਆ, ਮੈਂ ਇੱਕ ਚੀਜ਼ ਦੇਖੀ ਕਿ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਧਰਤੀ ਤੇ ਨਹੀਂ ਹੋ ਰਿਹਾ, ਇਹ ਕਿਤੇ ਹੋਰ ਹੋ ਰਿਹਾ, ਕਿਸੇ ਹੋਰ ਰੈਲਮ ਦੇ ਵਿੱਚ ਹੋ ਰਿਹਾ, ਕਿਸੇ ਹੋਰ ਐਸਟਰਲ ਪਲੇਨ ਤੇ ਹੋ ਰਿਹਾ। ਉਹ ਐਕਸਪੀਰੀਐਂਸ ਦੇ ਵਿੱਚ ਲਾਈਟਨੈਸ ਇੰਨੀ ਆ ਜਾਂਦੀ ਹੈ, ਉਹਦੇ ਚ ਰੂਹਾਨੀਅਤ ਇੰਨੀ ਆ ਜਾਂਦੀ ਹੈ ਔਰ ਗੁਰੂ ਜੀ ਦੀ ਖੁਸ਼ਬੂ ਇੰਨੀ ਹੁੰਦੀ ਹੈ ਉਸ ਟਾਈਮ ਤੇ ਕਿ ਤੁਹਾਨੂੰ ਉਹ ਇਸ ਧਰਤੀ ਦਾ ਐਕਸਪੀਰੀਐਂਸ ਲੱਗਦਾ ਹੀ ਨਹੀਂ ਹੈ। ਸੋ ਜਿੱਦਾਂ ਹੀ ਅਸੀਂ ਦਿੱਲੀ ਪਹੁੰਚੇ, ਅਸੀਂ ਫਟਾਫਟ ਆਪਣੇ ਹੋਟਲ ਦੇ ਕਮਰੇ ਚ ਗਏ। ਅਸੀਂ ਤਿੰਨਾਂ ਨੇ ਆਪਣੇ ਕੱਪੜੇ ਬਦਲੇ, ਅਸੀਂ ਐਮਪਾਇਰ ਸਟੇਟ ਪਹੁੰਚ ਗਏ। ਐਮਪਾਇਰ ਸਟੇਟ ਪਹੁੰਚੇ, ਪਤਾ ਤਾਂ ਸਾਨੂੰ ਸੀ, ਜਾ ਕੇ ਮੱਥਾ ਬਾਹਰੋਂ ਟੇਕਿਆ ਤੇ ਘੰਟੀ ਮਾਰੀ। ਉਹਨਾਂ ਨੇ ਕਿਹਾ ਜੀ ਗੁਰੂ ਜੀ ਤਾਂ ਹੈ ਨਹੀਂ। ਮੱਥਾ ਦੁਬਾਰਾ ਟੇਕਿਆ, ਸਾਡਾ ਫਰਜ਼ ਹੈ ਸਜਦਾ ਕਰਨਾ, ਕੀਤਾ। ਵਾਪਸ ਗੱਡੀ ਚ ਬੈਠੇ ਚੰਡੀਗੜ੍ਹ ਨੂੰ ਵਾਪਸ ਆ ਗਏ। ਤਸੱਲੀ ਹੋ ਗਈ ਕਿ ਗੁਰੂ ਜੀ ਨੂੰ ਮਿਲ ਲਿਆ। ਇਸ ਇੰਸੀਡੈਂਟ ਤੋਂ ਆਲਮੋਸਟ ਹਫ਼ਤਾ ਬਾਅਦ ਮੈਨੂੰ ਇੱਕ ਮੈਸੇਜ ਆਉਂਦਾ ਆਪਣੇ ਹਸਬੈਂਡ ਦੇ ਥਰੂ ਕਿ ਗੁਰੂ ਜੀ ਡੁਗਰੀ ਆ ਰਹੇ ਹਨ। ਗੁਰੂ ਜੀ ਨੇ ਇਹ ਗੱਲ ਕਹੀ ਹੈ ਕਿ ਬੱਚਿਆਂ ਨੂੰ ਲੈ ਕੇ ਤੂੰ ਉੱਥੇ ਪਹੁੰਚ। ਬੜੀ ਹੈਰਾਨੀ ਹੋਈ ਇਸ ਗੱਲ ਤੋਂ ਕਿ ਗੁਰੂ ਜੀ ਨੂੰ ਕਿਵੇਂ ਪਤਾ ਕਿ ਮੈਂ ਆਈ ਸੀ। ਔਰ ਜਿੱਦਾਂ ਕਿ ਸਾਰੀ ਸੰਗਤ ਨੇ ਤੁਹਾਨੂੰ ਦੱਸਿਆ ਹੋਣਾ ਕਿ ਇਹੀ ਲੱਗਦਾ ਸੀ ਕਿ ਇਹ ਮਹਾਪੁਰਸ਼ ਹੈ, ਇਹ ਕਦੇ ਨਹੀਂ ਸੀ ਲੱਗਿਆ ਕਿ ਇਹ ਰੱਬ ਹੈ। ਜੇ ਪਤਾ ਲੱਗ ਜਾਂਦਾ ਤਾਂ ਸ਼ਾਇਦ ਅਸੀਂ ਉਹਨਾਂ ਨੂੰ ਐਕਸਪੀਰੀਅੰਸ ਹੀ ਨਾ ਕਰ ਸਕਦੇ। ਅਸੀਂ ਇਸ ਸ਼ੌਕ ਚ ਹੀ ਰਹਿ ਜਾਂਦੇ ਕਿ ਪਰਮਾਤਮਾ ਸਾਡੇ ਸਾਕਸ਼ਾਤ ਸਾਹਮਣੇ ਬੈਠੇ ਹੈ ਔਰ ਸਾਡਾ ਇੰਨਾ ਦਿਲੀ ਨਜ਼ਦੀਕੀ ਰਿਸ਼ਤਾ ਔਰ ਰਾਬਤਾ ਹੈ ਉਹਨਾਂ ਦੇ ਨਾਲ। ਮੈਂ ਤਿਆਰ ਹੋਈ ਅਗਲੇ ਦਿਨ ਤੇ ਬੱਚਿਆਂ ਨੂੰ ਗੱਡੀ ਚ ਬਿਠਾਇਆ, ਅਸੀਂ ਡੁਗਰੀ ਚਲੇ ਗਏ। ਡੁਗਰੀ ਚ ਕੋਈ ਵਿਆਹ ਸੀਗਾ। ਜਿੱਦਾਂ ਹੀ ਅਸੀਂ ਡੁਗਰੀ ਪਹੁੰਚੇ, ਗੁਰੂ ਜੀ ਆਏ ਹੈ, ਗੁਰੂ ਜੀ ਦਰਬਾਰ ਚ ਆਉਂਦੇ ਹੈ। ਜਿਵੇਂ ਹੀ ਦਰਬਾਰ ਚ ਆਉਂਦੇ ਹੈ, ਗੁਰੂ ਜੀ ਨੇ ਮੇਰੀ ਤਰਫ ਦੇਖਿਆ, ਦੇਖ ਕੇ ਮੈਨੂੰ ਸਮਾਈਲ ਕੀਤਾ ਔਰ ਇਸ਼ਾਰਾ ਕੀਤਾ। ਦੋਨੋਂ ਬੱਚੇ ਛੋਟੇ ਮੇਰੇ ਨਾਲ
ਸਾਡੇ ਨੇਬਰ ਸੀਗੇ, ਉਹ ਵੀ ਨਾਲ ਸੀ ਸਾਡੇ। ਮੈਂ ਦੋਨੋਂ ਬੱਚੇ ਉਹਨਾਂ ਨੂੰ ਸੌਂਪੇ और मैं गुरु जी को पहुंच गई। सो गुरु जी कहते लै गई सारिया ब्लैसिंग्स। फिर बड़े हैरान कि इन्होंने कितना पता कि मैं आई सी। फिर भी यही लगता हुंदा सी कि इन्हां दा नैटवर्क बड़ा स्ट्रोंग है, इन्हों पता लग जाता। गुरु जी ने मैनू हुक्म किया कि मैं 4 दिन या 5 दिन आई थिंक गुरु जी उत्थे रहे थे कि मैं हर रोज उत्थे आवां। और वो 4-5 दिनों दे विच गुरु जी ने बेपनाह मोहब्बत दी, इन्ना सेवा करन दा मौका दिता। कदे चरणां दी सेवा, हत्थां दी सेवा, मोढियां दी सेवा। For 5 days I was just with Guruji and it was like your heart is situated at a different level कि थोड़ी जिहड़ी रूह दी भुख प्यास जन्मां जन्मांतरां दी वो गोशे गोशे समा गई है ते थोड़ी तृप्ति हो गई है। और मैनूं याद है कि जदों मैं सेवा करदी सी उन्हां दिनां च गुरु जी ने कहना होर जोर दी, होर जोर दी, होर जोर दी, और मेरा पूरा दम लग्या हुंदा सी। और मैं घर आना, मैनूं सारी रात नींद नहीं आनी क्योंकि मेरी बॉडी इन्नी पेन करदी हुंदी सी। और अगले दिन सवेरे फिर हुक्म हुंदा सी कि तुसीं फिर पहुंचना है। और फिर अगले दिन फिर सेवा जदों मिलदी सी ते फिर गुरु जी ने कहना होर जोर दी। और अज की डेट विच मैं सोचती हूं और मैनूं लगता है कि गुरु जी ने पता नहीं मेरे किन्ने उस टाइम ते उन्हां 4-5 दिनां दे विच मेरे किन्ने कर्म कट्टे। और आज मैं जो जो कुछ गुरु जी दी ब्लैसिंग्स इंजॉय कर रही हूं उहदे च पता नहीं वो 5 दिनों दे विच गुरु जी ने मैनूं कितनी ब्लैसिंग्स दित्तियां सी। उस ट्रिप दे विच मैनूं एक होर चीज दी रियलाइजेशन हुई कि एहसास ये होया कि गुरु जी एक टाइम पे थोड़े लिए कई कुछ हो सकते हैं। वो माँ बाप भी हो सकते हैं, वो गुरु भी हो सकते हैं, वो फ्रेंड्स भी हो सकते हैं, he can be a brother or a sister। और वो एक टाइम पे ही हो सकते हैं जिदा माँ बाप तो थोड़ा थोड़ा जिहा डर भी लगता है। तुसी एक झाका हुंदा माँ बाप का, गुरु तो झाका हुंदा, वो भी हुंदा, बट येट एट द सेम टाइम गुरु जी इन्ने फ्रेंडली हो जाते सी कि थानू एक झाका खत्म हो जाता सी कि तुसी गुरु जी नाल की गल करनी है और की नहीं करनी। और मैं कई बार ये सोच के हंसती हुंदी है कि मैं कई बार गुरु जी नाल कहे जिहियां गल्लां करदी सी कि मैं गुरु जी नूं कहंदी सी कि गुरु जी मैं टैटू कराना, मैं करा ला। तो गुरु जी ने कहना कर ले, चंगा लगदा है, बिल्कुल नहीं कराना। सो he could be the master, he could be the father, the mother, the brother, the sister, the friend, the beloved. He could be everything at one point of time. And that is the sign that he is God, that he is all encompassing, that we don't need anybody other than him. Guru ji पूर्ण है, उन्होंने छड़ के सानू होर कुछ नहीं चाहिए। सो डुगरी दे विच जो मैनूं एक्सपीरियंसेस होए उहदे नाल मैनूं इदां लग्या कि एक मेरी रूह की तृप्ति जिहड़ी जन्मां जन्मां दी सी वो होगी अज। उस तो बाद मैं एम्पायर स्टेट जांदी आंदी रहिंदी सी। एक बारी दी गल है, मैं गुरु जी नूं मेरे दिमाग विच इस तरह ही गुरु जी कोल बैठे होए कोई फुरना फुरिया होना है, मैनूं नहीं याद। गुरु जी ने मैनूं बुलाया और मैं मत्था टेक के आग्या लैके जान लगी ते मैनूं कहंदे तू फलाने शब्द दा पाठ करया कर। मैं वो शब्द कदे सुनिया नहीं सी, हालांकि असीं पाठ पूजा बहुत मेरे पेरेंट्स भी असीं करदे हुंदे सी, पर मैं वो शब्द कदे इदां याद नहीं सी कि मुंह जबानी याद होवे, कंठ होवे, नहीं सी। और गुरु जी दी गल एक बारी समझ भी कई बारी नहीं आउंदी सी बिकॉज यू डिडंट एक्सपेक्ट गुरु जी टू हैव अ चैट विद यू, सो यू नो यू वुड जस्ट थिंक कि तुसीं जा रहे हुंदे सी अपना आराम नाल और सडनली गुरु जी कोई गल कह दिंदे सी ते मैं कहा हां जी गुरु जी। And then he said the same thing again कि तू फलाना शब्द दा पाठ करया कर। हाँ जी गुरु जी, 7 बजे, पर वो भूल गया। After a while I forgot about it। हुण हुंदा की है कि गुरु जी दा जिहड़ा कॉल है, जिहड़ा वर्ड गुरु जी ने दे दिता है वो इन्ना empowered word है because he is God। और the word God we understand in a limited concept of what the human mind is। God is way bigger than what the human mind can conceive, all of us can conceive। So गुरु जी ने जो उन्होंने मुंहों निकल गया वो होके रहना है। Who is to know कि गुरु जी कितने साल बाद दी प्लानिंग कर रहे हैं। गुरु जी के चोला छड्डन तो बाद दी गल है, 2012 या 14 दी गल होनी है। मैं एक बुक पढ़ी जेल चिट्ठियां, भाई रणधीर सिंह ने बुक लिखी अपनी स्पिरिचुअल जर्नी बारे, सिंह पंजाबी। ਉਹਦੇ ਵਿੱਚ ਉਹ ਨਾਮ ਦੀ ਬਹੁਤ ਮਹੱਤਤਾ ਦੱਸਦੇ हैं कि नाम लेना गुरु तो बहुत वड्डी चीज होंदी है।
ਸੋ ਉਹਨਾਂ ਨੇ ਆਪਣੇ ਐਕਸਪੀਰੀਅੰਸ ਉਹਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਗੁਰੂ ਤੋਂ ਨਾਮ ਕਿੱਦਾਂ ਮਿਲਿਆ। ਉਹਨਾਂ ਦੇ ਐਕਸਪੀਰੀਅੰਸਿਸ ਕਾਫੀ ਆਪਣੀ ਸੰਗਤ, ਗੁਰੂ ਜੀ ਦੀ ਸੰਗਤ ਨਾਲ ਜੋ ਵੀ ਸਾਡੇ ਐਕਸਪੀਰੀਅੰਸਿਸ ਹੈ, ਉਹਨਾਂ ਦੇ ਐਕਸਪੀਰੀਅੰਸਿਸ ਬਹੁਤ ਜ਼ਿਆਦਾ ਮੈਚ ਕਰਦੇ हैं ਭਾਈ ਰਣਧੀਰ ਸਿੰਘ ਦੇ। ਸੋ ਉਹਨਾਂ ਨੇ ਦੱਸਿਆ ਕਿ ਨਾਮ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਮੈਂ ਜਦੋਂ ਕਿਤਾਬ ਪੜ੍ਹਨੀ ਸ਼ੁਰੂ ਕੀਤੀ, ਮੇਰੇ ਅੰਦਰ ਇੱਕ ਲਿਵ ਲੱਗ ਗਈ ਬਸ ਕਿ ਹੁਣ ਤਾਂ ਮੈਨੂੰ ਵੀ ਨਾਮ ਚਾਹੀਦਾ। ਔਰ ਬਿਲਕੁਲ ਉਹ ਗੱਲ ਜਿਹੜੀ ਗੁਰੂ ਜੀ ਨੇ ਮੈਨੂੰ ਨਾਮ ਦਿੱਤਾ ਸੀ, ਮੈਨੂੰ ਬਿਲਕੁਲ ਭੁੱਲ ਚੁੱਕੀ ਸੀ ਉਸ ਟਾਈਮ ਤੱਕ। ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਦੀ ਹੁੰਦੀ ਸੀ, ਪਾਠ ਬਹੁਤ ਕਰਦੀ ਹੁੰਦੀ ਸੀ। ਮੈਂ ਆਪਣਾ ਪਾਠ ਕਰਨਾ, ਸਭ ਕੁਛ ਕਰਨਾ। 3:30 ਵਜੇ ਮੈਂ ਗੁਰਦੁਆਰੇ ਸਵੇਰੇ ਪਹੁੰਚ ਜਾਣਾ। ਭਾਈ ਰਣਧੀਰ ਸਿੰਘ ਨੂੰ ਉਹਦੇ ਵਿੱਚ ਨਾਮ ਕਿਸ ਤਰ੍ਹਾਂ ਮਿਲਦਾ ਕਿ ਸਵੇਰੇ ਗੁਰਦੁਆਰੇ ਜਾਂਦੇ ਆ, ਔਰ ਜਿਸ ਤਰ੍ਹਾਂ ਜੋ ਵੀ ਉਹਨਾਂ ਦਾ ਪ੍ਰੋਸੈਸ ਸੀ, ਮੈਨੂੰ ਹੁਣ ਯਾਦ ਨਹੀਂ ਹੈ ਕੋਈ ਖਾਸ, ਪਰ ਉਹ ਇੱਕ ਪ੍ਰੋਸੈਸ ਸੀ, ਉਹਦੇ ਥਰੂ ਉਹਨਾਂ ਨੂੰ ਉਸ ਤਰ੍ਹਾਂ ਨਾਮ ਮਿਲਿਆ। ਮੈਂ ਸੋਚਿਆ ਮੈਂ ਵੀ ਇਹੀ ਕਰਨਾ। ਮੈਂ ਸਵੇਰੇ ਉੱਠਣਾ ਸ਼ੁਰੂ ਕੀਤਾ, ਗੁਰਦੁਆਰੇ ਉੱਠੀ ਤਾਂ ਪਹਿਲਾਂ ਹੀ ਗੁਰਦੁਆਰੇ ਜਾਣਾ ਸ਼ੁਰੂ ਕੀਤਾ। ਉਸ ਦਿਨ ਮੈਂ ਸੋਚਿਆ ਕਿ ਅੱਜ ਦਾ ਜੋ ਹੁਕਮਨਾਮਾ ਹੋਏਗਾ ਉਹ ਮੇਰੇ ਲਈ ਨਾਮ ਹੋਏਗਾ। ਮੈਂ ਗੁਰਦੁਆਰੇ ਚਲੀ ਗਈ। ਗੁਰਦੁਆਰੇ ਜਿਵੇਂ ਹੀ ਮੈਂ ਪਹੁੰਚੀ, ਹੁਕਮਨਾਮਾ ਆ ਰਿਹਾ ਸੀ, ਮੇਰੇ ਹੀਰੇ ਰਤਨ ਨਾਮ ਹਰ ਬਸੇ, ਗੁਰੂ ਹਾथ ਧਰਿਓ ਮੇਰੇ ਮਾथा, जन्म जन्म के किल विख दुख उतरे, गुरु नाम दियो ऋण लाथा। और उस टाइम पे वो सारा सीन गुरु जी ने मैनू किवें नाम दिता सी, वो मेरे अगे पूरा प्ले आउट होया। गुरुद्वारे विच बैठा और उस दिन याद आया कि गुरु जी ने अज की प्लानिंग इन्ने साल पहला कर दी सी। सो ये है साडे गुरु जी, वो अज की प्लानिंग नहीं करते, उन्होंने साडे जन्मां जन्मां दी प्लानिंग की हुई है। एक मैं होर सत्संग बड़ी क्विकली शेयर कर दूंगी, टाइम बहुत हो गया। गुरु जी ने मैंने एक बार कहा कि अपने मदर नू लैके आना। मैं अपने मदर नू लैके गई। मेरे ब्रदर की डेथ हो गई सी जदों ही वाज 19 years old। सो उस टाइम ते काफी साल हो चुके सी। ते जिवें ही मैं गुरु जी कोल मम्मा नू लैके गई ते गुरु जी मम्मा नू कहंदे कि तुसी एक चांदी दा चौर लैके फलाने दिन गुरुद्वारे च दान करना। मेरे पेरेंट्स ज्यादा बिलीव नहीं करते। सारे संतां च जिन्ना च वो बिलीव करते उन्ना च करते हैं, बट उन्होंने कदे गुरु जी बारे ना बहुता पूछा सी, ना बहुता मैं कदे दस्या सी। मैं उन्होंने कहा तुसी चल पाओ, बिकॉज ऑफ रिस्पेक्ट, आउट ऑफ रिस्पेक्ट मम्मा आ गए मेरे नाल। उन्होंने अगों कोई ख्याल नहीं किया। मैनू लग्या गुरु जी ने कहा सी, मेरे लिए हुक्म सी, मैं कह दिता जे मम्मा का मन नहीं कर रहा तो मैं उन्होंने फोर्स नहीं करूंगी। उस गल नू किन्ने साल निकल गए। 10-12 साल बाद मैं गुरुद्वारे गई। उत्थे साडा 8 सिक्के दा गुरुद्वारा। मैं देखिया कि उत्थे चौर साहब बहुत बिरध होए सी। सो मैं डैडी नो, माय फादर गोज देयर एवरी डे। मैं डैडी ने कहा, मैं कहा डैडी चौर साहब बड़े बिरध होए हैं। कहंदे हाँ बच्चे, मैं तेनू कहन लगा सी जदों तू अमृतसर जाएंगी ना, चौर साहब लै आई चांदी दा। किन्ने सालां बाद जेड़ा गुरु जी दा कॉल सी, जेड़ा गुरु जी दा वर्ड सी, it had to be fulfilled. There is no other way. This is what Guruji is. उस दिन आई थिंक पता नहीं केड़ा दिन सी, थर्सडे सी या जो भी सी, गुरु जी ने वो चांदी का चौर साहब उन्हां दे थ्रू गुरुद्वारे दे विच चढ़वाया। फिर उस तो बाद गुरु जी ने मैनू हुक्म किया कुछ साल मगरों कि हुण तेरे ते घर बैठे ब्लैसिंग्स हैं, हुण तू नहीं आना। मैं बड़ी परेशान हो गई, रोन लग गई। गुरु जी मैनू कहंदे तेनू क्या तेरे ते घर बैठे ब्लैसिंग्स हैं, हुण नहीं आना। जे मैं तेनू घर बैठे मिल रहा तो तेनू की प्रॉब्लम? So I just shook my head and said, गुरु जी कोई प्रॉब्लम नहीं। So he says बस हुण जा। ये है जी गल 2006 2007। मैं कदे भी सोचती हुंदी सी कि मैं अपने बच्चों को किद्दां रेज करना, तो हमेशा ये सोचती हुंदी सी कि मैं इन्हां बच्चों को हमेशा ये पता होना चाहिए बस किवें चढ़ना है, ट्रेन किद्दां चढ़नी है। एक नॉर्मल बंदे दी जिंदगी इन्होंने जीनी आनी चाहिए है। इंडिया दे विच लाइफ बड़ी प्रोटेक्टेड है, स्टाफ है, ड्राइवर है, मेड्स हैं, ये है वो है, इतना नहीं होना चाहिए। सो मेरा हमेशा ये हुंदा सी कि मैं इन्होंने थोड़ी देर लिए बाहर लैके जावां, इन्होंने भी नून ते लकड़ी दा भाव पता लगे, और बच्चों के लिए ट्रेनिंग बड़ी जरूरी है। ये मेरी सब कॉन्शियस थॉट सी, मेरी कॉन्शियस थॉट नहीं सी। पर वो गुरु इन्ना करने वाला साडा गुरु कि उन्हें थोड़ी सब कॉन्शियस थॉट नू रियलाइज किया कि ये मेरी थॉट है। और 2006 दे विच उन्होंने मैनू ब्लैस किया कि 2007 दे विच आई वाज सिटिंग इन सिडनी विद बोथ माय चिल्ड्रन
एंड गुरु जी की प्लानिंग देखो, फर्स्ट ऑफ ऑल कि अज की डेट दे विच मैं सोचा कि मैं किद्दां उत्थे पहुंच के, मेरे हस्बैंड ने किद्दां ये कह दिता कि चलो इन्हां दी स्कूलिंग असीं उत्थे खत्म करा लईए। इट वाज़न्ट पॉसिबल। और गुरु जी की टाइमिंग इहो जी है कि असीं सिडनी पहुंचते हैं 7 जनवरी ਨੂੰ, 28 जनवरी ਨੂੰ नवा सैशन शुरू होंदा है। विद इन 3 months साडी इमीग्रेशन आंदी है और चीज़ां इदां होंदियां ठक 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 ठक, और मैं सिडनी बैठी हुई। सो इस टाइम दौरान जो मैं सिडनी दे विच सी, जिंदगी बहुत बिजी हो गई। गुरु जी ने सब कुछ दिता जो कॉन्शियसली चाहिदा सी, जो सबकॉन्शियसली चाहिदा सी, यह जी जॉब मैं करना चाहती सी, जो कुछ मैनू चाहिदा सी गुरु जी ने बस झोलियां पर मैनू दिता, इन्ना दिता कि सांभिया नहीं गया। इन 2000 इन्नी देर दे विच गुरु जी ने अपना चोला छड़ दिता सी 2007 दे विच। उस तो बाद मैं जदों आउंदी सी इंडिया, मैं आके बड़े मंदिर जरूर जांदी हुंदी सी, पर कुछ सालां मगरों वो भी छूट गया, जिवें मन नहीं करता हुंदा सी जान नूं। फिर पता लग गया कि सत्संग हुंदे, पर ये नहीं पता लग्या सी कि किन्ने क सत्संग हुंदे। ये पता लग्या सी कि हुंदे, और ये नहीं सी पता कि एक एस्टैब्लिश्ड वे हो गया कि सत्संग इस तरह हुंदे हैं। और वो 2012 के करीब मैनू एक दिन एक ड्रीम आया। गुरु जी मैनू कहंदे तू आ, और मैं ये कह रही हूँ गुरु जी ने कि गुरु जी मैं नहीं आ सकती, सॉरी, मैं तो बड़ी बिजी हो गई हूँ और तुसी तो है ही नहीं हो, तो मैं किद्दां आवां। और वो ड्रीम इन्ना रियल है कि गुरु जी एक ट्यूबवेल है, एक खेत है, पैली जिवें अपने पिंडां च हुंदियां पैलियां, उत्थे एक ट्यूबवेल है, एक चुबच्चे ते गुरु जी खड़े हुए हैं। और जिद्दां मैनू तलब किया जाता है, जिद्दां कोर्ट च पेश हुंदा है, इदां मैं पेश हुई हूं गुरु जी अगे। और गुरु जी मैनू ये गल कहंदे हैं कि तेनू मैं बुला रहा, तू क्यों नहीं आ रही। और मैं गुरु जी नू कह रही, गुरु जी मैं आवां ते आवां कित्थे, तुसीं हो कित्थे। और ये सारियां गल्लां टेलीपैथिकली हो रही हैं। सडनली गुरु जी मेरे नाल इन्ना नाराज हो जाते हैं कि गुरु जी अपनी पॉकेट दे विचों एक कागज कटते हैं, उन्होंने लेफ्ट कुर्ते दी लेफ्ट ते एक पॉकेट हुंदी है, जो कागज कटते हैं, पेन कटते हैं, और उहदे ते एक बड़ा लंबा चौड़ा हिसाब किताब लेंदे ते मेनू सुट के कहंदे आ ले अपना हिसाब किताब ते जा फिर तू जिथे जाना जा। एंड देन ही शोज मी अ डेड बॉडी। सो गुरु जी जिथे चुबच्चे दे कोल खड़े हैं, उत्थे खड़े हुए हैं, ते दूसरे पासे एक डेड बॉडी जा रही है। मैं सवेरे उठी और मैं गुरु जी ने माफी मांगी। मैं कहा गुरु जी मैंने समझ कुछ नहीं आ रहा, व्हाट यू वांट मी टू डू, बट प्लीज टेल मी व्हाट यू वांट मी टू डू। सो मैं 5 मिनट बड़ा छोटा जा सत्संग शेयर करूंगी फटाफट। एक दिन मेरी बेटी 2016 की गल है, शी वाज वर्किंग एज एन इकोनॉमिस्ट इन सिडनी। कम तो वापस आ रही सी, जिम तो शायद वापस आ रही सी, और इन्हें रोड क्रॉस करनी सी। ग्रीन मैन लिए ने प्रेस किया, ग्रीन मैन आ गया, इन्हें रोड क्रॉस करन लगी। जितना ही ये रोड क्रॉस करन लगी, एक स्पीडिंग टैक्सी आई और आके वो कहंदी मम्मा मैनू नहीं पता लग्या गुरु जी ने मैनू किवें चुक्या और किथे बिठा दिता। सडनली इन्हें पीछे मुड़ के देखा, there was no way in this world that taxi would not have hit her। पर जदों इन्हें पीछे मुड़ के देखा, ये अगे सी, टैक्सी पिछों दी निकल गई सी। और शी सेज मैनू एक हाथी नजर आया जिन्हें टैक्सी नू परे कीता। दिस वाज द फर्स्ट एक्सपीरियंस लाइक दिस। देन द नेक्स्ट एक्सपीरियंस आई मस्ट टेल यू इज वन डे मैं इंडिया सी और इन्हें मैनू फोन किया, मैनू कहंदी कि मामा मेरी वो जिहड़ी अपॉइंटमेंट सी ना वो कैंसल हो गई है, वीकेंड सी। ते बड़ी उदास, मैं क्यों उदास क्यों है, कहंदी हुण अगले हफ्ते मैनू फिर प्लानिंग करनी पैनी है, फिर इदां करना पैना है, फिर इदां करना पैना है। मैनू क्या कि जे अज नहीं मेंट सी होया नहीं होया, सो लेट्स जस्ट लीव इट। इन्नी देर में मेरे फोन पे गल कर रही, मैनू कहंदी मामा आई कॉल यू अगैन। मैंने फोन बंद कर दिता। ये जिम सीगी, मैनू कहंदी कि मैं ना जिम जा रही हूँ क्योंकि वो अपॉइंटमेंट कैंसिल हो गई है। सो मैंने कहा अच्छा ठीक है। फिर जिम च मैनू फोन आंदा है, रोई जा रही है। मैं की होया? सो कहंदी कि मामा तुहानू पता मैं इन्ने बजे की ट्रेन लैनी सी। मैं क्या हाँ जी। कहंदी इन्ने बजे जे मैं उस ट्रेन तो उतरदी ते इन्ने बजे मैं वो क्रॉसिंग तो क्रॉस करना सी। हाँ जी। कहंदी उस टाइम पे आई थिंक इट वाज 3:42, उस क्रॉसिंग पे the driver lost control of his car and he hit into the pedestrians। ਉਹਦੀ ਬ੍ਰੇਕਸ ਫੇਲ ਹੋ ਗਈਆਂ ਜਾਂ ਕੀ ਹੋਇਆ, ਔਰ ਉਹਦੇ ਚੋਂ ਜਿਹੜੀ ਕੁੜੀ ਸਭ ਤੋਂ ਜ਼ਿਆਦਾ ਇੰਜਰਡ ਸੀ ਔਰ ਜਿਹਨੂੰ ਬ੍ਰੇਨ ਇੰਜਰੀ ਸੀ, ਜਿਹਨੂੰ
एयरलिफ्ट किया गया रॉयल नॉर्थ शोर हॉस्पिटल, ਜਿਹੜਾ कि हॉस्पिटल उस जगह तो सिर्फ 10 मिनट की ड्राइव है, एयरलिफ्ट करके लैके गए। इन्नी सीवियर ब्रेन इंजरी सी। वो एक 22 साल की कुड़ी सी जो मेरी बेटी की एज सी। ते ये मैनू कहंदी कि मामा एक मिनट मैं न्यूज़ सुन के थानू फोन करदी हां, जे ये एक्सीडेंट 342 ते होया, इट वुड हैव बीन मी। सो इन्हें न्यूज़ सुनी, इट हैपेंड एट 342 और इन्हें फोन मैनू वापस किया और फिर रोई जा रही है। और जिन्नी देर नूं इन्हें अपना मुंह दूसरे पासे घुमाया, जिम दे विच टीवी मॉनिटर लग्या होया सी, उत्थे पिक्चर आ रही सी द सिस्टर एक्ट, जिहदे विच वूपी गोल्डबर्ग कहंदी है, यू आर हियर, इट्स अ साइन फ्रॉम गॉड। I can't remember the exact words, but she said she saw those subtitles that you are here and alive, it's a sign from God. So ਇਹ ਹੈ ਸਾਡੇ ਗੁਰੂ ਜੀ, ਉਹ ਦਾਤਾ ਹੈ, ਉਹਨਾਂ ਨੇ ਸਾਰੀਆਂ ਦਾਤਾਂ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ। ਪਿਛਲੇ ਸਾਲ ਦੀ ਗੱਲ ਹੈ, ਮੈਨੂੰ ਮੇਰੇ ਬ੍ਰੈਸਟ ਵਿੱਚ ਬਹੁਤ ਪੇਨ ਹੋਣ ਲੱਗ ਗਈ ਸੀ ਔਰ ਮੈਂ ਗੁਰੂ ਜੀ ਨੂੰ ਕਿਹਾ, ਮੈਂ ਕਿਹਾ ਗੁਰੂ ਜੀ ਜੇ ਤੁਸੀਂ ਲੈ ਕੇ ਜਾਣਾ ਤਾਂ ਮੈਂ ਜਾਣ ਨੂੰ ਤਿਆਰ ਹਾਂ, ਨਾ ਤਾਂ ਮੈਂ ਕਿਸੇ ਡਾਕਟਰ ਦੇ ਜਾਣਾ, ਨਾ ਮੈਂ ਕਿਸੇ ਨੂੰ ਦਿਖਾਣਾ, ਜਾਣ ਨੂੰ ਮੈਂ ਤੁਹਾਡੇ ਨਾਲ ਤਿਆਰ ਹਾਂ, ਪਰ ਮੈਂ ਇਸ ਚੱਕਰ ਚ ਨਹੀਂ ਪੈਣਾ। ਤੁਸੀਂ ਠੀਕ ਕਰਨਾ ਮੈਨੂੰ ਕਰ ਦੋ, ਜੇ ਤੁਹਾਡੀ ਮਰਜ਼ੀ ਹੈ ਕਿ ਮੈਂ ਨਾ ਠੀਕ ਹੋਵਾਂ ਤਾਂ ਤੁਹਾਡੀ ਮਰਜ਼ੀ ਹੈ। ਆਲਮੋਸਟ 3 ਮਹੀਨੇ ਮੈਨੂੰ ਇੰਨੀ ਪੇਨ ਹੁੰਦੀ ਸੀ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ, ਮੇਰੀਆਂ ਚੀਸਾਂ ਨਿਕਲਦੀਆਂ ਹੁੰਦੀਆਂ ਸੀ, ਪਰ ਮੈਂ ਵੀ ਇੰਨੀ ਠੀਕ ਸੀ ਕਿ ਮੈਂ ਡਾਕਟਰ ਦੇ ਨਹੀਂ ਗਈ। ਇੱਕ ਦਿਨ ਮੈਨੂੰ ਰਾਤੀ ਡ੍ਰੀਮ ਆਇਆ ਕਿ ਗੁਰੂ ਜੀ ਇੱਕ ਸਤਸੰਗ ਹੈ, ਉੱਥੇ ਇੱਕ ਚੰਡੀਗੜ੍ਹ ਦੇ ਸਾਡੇ ਸੇਵਾਦਾਰ ਹੈ ਬੱਚੇ ਜਿਹੜੇ, उन्हें जो एक बच्चा मैंने आके कहता है कि जीनू आंटी ये ना इनको लंगर करा दो। ते मैं उस संगत कहंदा संगत जलंधर तो आई है, इन्हां नूं लंगर करा दो। ते मैं उन्हां नूं लंगर हॉल दे विच लंगर लई लैके जा रही हूं, ते मैं भज्जी लैके जा रही हूं और सडनली मैं एक बन्नी ते गुरु जी नूं बैठे देखदी हां ते मेरी उत्थे ब्रेक लग जाती है। ते मैं गुरु जी नूं कहनी, गुरु जी तुसीं? गुरु जी कहंदे हाँ मैं। सो मैं जाके जोर दी हक कर लैंदी हां गुरु जी नूं, कहंदे देख मैं तेरे लिए की लैके आया। जिद्दां बच्चिआं नूं कहीदा ना, गुरु जी की मुट्ठी बंद है और गुरु जी मुट्ठी खोलते हैं। मैं कहनी एक बर्फी का पीस है और उहदे चों जिवें बच्चों दी बुक्स दे विच स्पार्कल्स डिपिक्ट कीते हुंदे, इस तरह जो स्पार्कल्स निकल रहे हैं। गुरु जी डिवाइन प्रसाद लेके आई हो मेरे लिए, कहते हो ये तो हुणे खा लै मेरे कोल बैठ के, और मैं वो प्रसाद छक लैंदी हां। उस दिन तो बाद मेरे वो पेन होनी बंद हो गई एंड आई न्यू आई वाज ब्लेस्ड। ਇਹਦੇ ਚ ਕੋਈ ਦੋ ਰਾਏ ਤਾਂ ਹੈ ਹੀ ਨਹੀਂ ਸੀ। ਪਰ ਮਹੀਨਾ ਮਗਰੋਂ ਮੈਨੂੰ ਇੱਕ ਹੋਰ ਡ੍ਰੀਮ ਆਉਂਦਾ ਜਿਹਦੇ ਵਿੱਚ ਗੁਰੂ ਜੀ ਆਉਂਦੇ ਆ, ਉਹਨਾਂ ਦੇ ਨਾਲ ਇੱਕ ਲੇਡੀ ਹੈ। ਗੁਰੂ ਜੀ ਕਹਿੰਦੇ ਉਸ ਲੇਡੀ ਨੂੰ ਕੋਈ ਇਸ਼ਾਰਾ ਕਰਕੇ ਕਹਿੰਦੇ ਆ ਕਿ ਏਦਾਂ ਕਰਦੇ। ਉਹ ਲੇਡੀ ਮੇਰੇ ਕੋਲ ਆਉਂਦੀ ਹੈ, ਉਹ ਆ ਕੇ ਮੇਰੇ ਪ੍ਰੈਸ ਕਰਦੀ ਹੈ ਥੋੜਾ ਜਿਹਾ ਔਰ ਇੱਕ ਫਲੈਸ਼ੀ ਮਾਸ ਮੇਰੀ ਬ੍ਰੈਸਟ ਚੋਂ ਨਿਕਲਦਾ ਔਰ ਬਾਹਰ ਗਿਰ ਜਾਂਦਾ। तो गुरु जी कहते हैं हुण तू ठीक हो गई। सो सत्संग बहुत है, जे करन लगांगे तां आपां सारी रात बैठे रवांगे। आई थिंक दाते नूं अपनाइए, दातां आपे मिलदियां रहणगियां, सारियां दातां दाते दे हत्थ ही हैं। ये कह के बस मैं हुण अपना सत्संग वधांदी हां। जय गुरु जी।